हेलो एंड वेलकम सत श्री अकाल जी। मैं हाँ हरजोत कौर ते लैके हाजिर हाँ जी तुहाडा अपना मनपसंद इमीग्रेशन शो उडारी विदेशा नू। सवाल तुहाडे बिल्कुल लैके आए हैं जी, जो भी तुहाडे सवाल सीगे कि किस कंट्री दे विच सक्सैस रेट ज़्यादा आ रहा है ते नाल दी नाल रिजल्ट्स किवें दे आ रहे ने, ओवरऑल जिन्हां दे 5 ने या 5.5 ने बैंड स्कोर वो कित्थे अप्लाई करन। सो कॉल दा सिलसिला असीं शुरू करांगे जरूर, लेकिन सब तो पहला मैं इंट्रोड्यूस कराना चाहांगी तुहानूं साडे जो अज दे गेस्ट ने। ते अज असीं इनवाइट कीता है जी सैटलिंग अब्रॉड सर्विसेज तो वीज़ा एक्सपर्ट नितेंद्र शर्मा जी नूं बहुत बहुत स्वागत है। सत श्री अकाल जी। सब तो पहला देखो स्टूडेंट्स अप्लाई तो करना चाह रहे हैं पर नाल दी नाल हुण जानना भी चाह रहे हैं कि रिजल्ट्स की रह रहे हैं जो ऑलरेडी अप्लाई कर चुके हैं स्टूडेंट्स। देखो ਆਪਾਂ ਇਸ ਟਾਈਮ ਖਾਸ ਗੱਲ ਕਰਾਂਗੇ ਜੀ, ਅੱਜ ਇਹ ਸ਼ੋਅ ਬੜਾ ਖਾਸ ਰਹਿਣਾ ਹੋਣਾ ਹੈ ਜੀ ਕਿ ਆਪਾਂ ਗੱਲ ਕਰਾਂਗੇ ਪੈਕੇਜ ਬਾਰੇ ਤੇ ਜਿੱਦਾਂ ਮੈਮ ਤੁਸੀਂ ਰਿਜ਼ਲਟ ਦੇ ਬਾਰੇ ਪੁੱਛਿਆ, ਇਸ ਟਾਈਮ ਬਹੁਤ ਚੰਗਾ ਰਿਜ਼ਲਟ ਆ ਰਿਹਾ ਹੈ ਯੂਕੇ ਨੂੰ ਲੈ ਕੇ, ਕੈਨੇਡਾ ਨੂੰ ਲੈ ਕੇ ਤੇ ਆਸਟ੍ਰੇਲੀਆ ਨੂੰ ਲੈ ਕੇ। ਤਿੰਨੋਂ ਕੰਟਰੀਜ਼ ਦੇ ਬਹੁਤ ਹੀ ਚੰਗੇ ਸਾਡੇ ਕੋਲ ਰੋਜ਼ ਦੇ 20 30 ਵੀਜ਼ਾਸ ਆਪਾਂ ਗੈਟ ਕਰ ਪਾ ਰਹੇ ਹਾਂ ਬੇਸਿਸ ਸਾਈਡ ਤੋਂ। ਬਹੁਤ ਚੰਗੇ ਰਿਜ਼ਲਟ ਹੈ ਜੀ ਜੀ ਜੀ। ਤੁਸੀਂ ਪੈਕੇਜ ਦੀ ਵੀ ਗੱਲ ਕੀਤੀ ਹੈ ਬਿਲਕੁਲ, ਕਿਉਂਕਿ ਕਈ ਸਟੂਡੈਂਟਸ ਇੰਟਰਸਟਿਡ ਹੁੰਦੇ ਨੇ, ਉਹਨਾਂ ਨੂੰ ਹੁੰਦਾ ਕਿ ਅਸੀਂ ਪੈਕੇਜ ਸਿਸਟਮ ਕਰ ਲਈਏ, ਉਹਦੇ ਬਾਰੇ ਵੀ ਆਪਾਂ ਡਿਟੇਲ 'ਚ ਗੱਲ ਜ਼ਰੂਰ ਕਰਾਂਗੇ। ਪਰ ਫਿਲਹਾਲ ਨਾਲ ਦੀ ਨਾਲ ਕਿਉਂਕਿ ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਜੋ ਸਾਡਾ ਪੰਜਾਬ ਦਾ ਜਾਂ ਇੱਧਰ ਹਰਿਆਣਾ ਦਾ ਸਟੂਡੈਂਟ ਹੈ ਆਇਲਸ ਵਿੱਚ ਉਹਨਾਂ ਦਾ ਨਾ ਬੈਂਡ ਸਕੋਰ ਅੱਛਾ ਅਚੀਵ ਨਹੀਂ ਕਰ ਪਾਉਂਦੇ। ਅੱਜ ਦੇ ਟਾਈਮ ਵਿੱਚ ਜਿਨ੍ਹਾਂ ਦੇ ਓਵਰਆਲ 5 ਰਹਿ ਗਏ ਆ 5.5 ਰਹਿਣ, ਕਿਹੜੀ ਚੰਗੀ ਆਪਸ਼ਨ ਮੰਨਦੇ ਹੋ? ਨਾਲੇ ਦੇਖੋ ਅੱਜ ਦੇ ਟਾਈਮ 'ਚ ਓਵਰਆਲ ਤੁਹਾਡੇ 5 ਨੇ ਜੀ, 5.5 ਨੇ ਤੁਹਾਡੇ ਲਈ ਦੋ ਕੰਟਰੀ ਸਭ ਤੋਂ ਬੈਸਟ ਐਲੀਜੀਬਲ ਕ੍ਰਾਈਟੇਰੀਆ ਦੇ ਵਿੱਚ ਫਾਲ ਇਨ ਕਰੋਗੇ। ਤੁਸੀਂ ਆਸਟ੍ਰੇਲੀਆ ਲਾ ਸਕਦੇ ਹੋ ਤੁਸੀਂ ਆਪਣੀ ਫਾਈਲ ਆਫਟਰ +2। ਜੇਕਰ ਤੁਹਾਡਾ ਆਸਟ੍ਰੇਲੀਆ ਦਾ ਮਨ ਨਹੀਂ ਹੈਗਾ, ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਤੁਹਾਡਾ ਕੋਈ ਰਿਲੇਟਿਵ ਕੈਨੇਡਾ ਹੈਗਾ ਤਾਂ ਕੈਨੇਡਾ ਵੀ ਤੁਹਾਡੇ ਲਈ ਓਵਰਆਲ 5.5 ਤੇ ਬਹੁਤ ਬੈਸਟ ਆਪਸ਼ਨ ਹੋ ਸਕਦਾ ਹੈ। ਠੀਕ ਹੈ ਬਿਲਕੁਲ। ਤੇ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੀ, ਖਾਸ ਤੌਰ ਤੇ ਜਿਹੜੇ ਸਟੂਡੈਂਟਸ ਸਾਡੇ ਸ਼ੋਅ ਦੇ ਨਾਲ ਜੁੜਦੇ ਨੇ, ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਸਾਡੇ ਸ਼ੋਅ ਦੇ ਵਿੱਚ ਕਾਲ ਕਰਕੇ ਉਸ ਸਵਾਲ ਦਾ ਜਵਾਬ ਜ਼ਰੂਰ ਲੈ ਸਕਦੇ ਹੋ। ਸੋ ਪਹਿਲੇ ਕਾਲਰ ਜੁੜ ਗਏ ਨੇ, ਆਪਾਂ ਪਹਿਲਾਂ ਵੀ ਕਾਲਸ ਕਈ ਮਿਸ ਕਰ ਚੁੱਕੇ ਹਾਂ। ਸੋ ਪਹਿਲੀ ਕਾਲ ਲੈ ਲੈਂਦੇ ਹਾਂ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? हाय मैम, मैं फरीदकोट तो गल कर रही हूं। हाँ जी। मेरी क्वेरी ये सी कि मैं ना रिसेंटली बीकॉम कंप्लीट की है जी, मैं आईएलटीएस नहीं की ते मैं यूके दे लिए प्रोसीड करना चाहनी है कि मेरा विदाउट आईएलटीएस हो सकता है यूनिवर्सिटी केस? मेरी परसेंटेज 69% है। ओके जी 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 बिल्कुल हो सकता है बच्चा ਤੁਹਾਡਾ यूके। अगर ਤੁਸੀਂ इन्नी लेट का तो अप्लाई करो, मेरा फर्स्ट क्वेश्चन ਤਾਂ ਹਮੇਸ਼ਾ ਕਲਾਇੰਟ ਤੋਂ ਇਹ ਰਹਿੰਦਾ ਹੈ ਕਿ ਆਪਾਂ ਇਨੀ ਲੇਟ ਕਿਉਂ। यूके ਮੈਡਮ ਲਿਮਿਟਡ ਟਾਈਮ ਲਈ ਓਪਨ ਹੁੰਦਾ। यूके 2008 ਚ ਓਪਨ ਹੋਇਆ, 2012 ਚ ਹੋਇਆ, ਹੁਣ यूके 2019 ਤੋਂ ਲੈ ਕੇ टिल नाउ तक ओपन है। यूके ਇਹੋ ਜੀ ਕੰਟਰੀ ਮੈਡਮ ਰੋਜ਼ ਰੋਜ਼ ਓਪਨ ਨਹੀਂ ਹੁੰਦੀ। ਇਹ ਬਹੁਤ ਸਾਰੇ ਸਟੂਡੈਂਟ ਕਹਿੰਦੇ ਕਿ यूके ਪੀਆਰ ਨਹੀਂ ਦਿੰਦਾ। ਇਹਦਾ ਕੁਝ ਨਹੀਂ ਹੈ, ਚਾਹੇ ਛੋਟੀ ਕੰਟਰੀ ਚਲੇ ਜਾਓ, यूके ਚਲੇ ਜਾਓ, ਅਗਰ ਤੁਸੀਂ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਕੰਮ ਕਰ ਰਹੇ ਹੋ ਜੀ, ਸਟੱਡੀ ਸਹੀ ਤਰੀਕੇ ਨਾਲ ਕਰ ਰਹੇ ਹੋ ਤਾਂ ਡੈਫੀਨੇਟਲੀ ਕੰਟਰੀ ਮੋਸਟ ਵੈਲਕਮ ਕਰਦਾ ਹੈ। ਤੁਹਾਡਾ ਕੰਟਰੀ ਪੀਆਰ ਦਿੰਦੀ ਹੈ ਜੀ। ਓਕੇ, ਜਿਹਦਾ ਬੱਚੇ ਨੇ ਗਾਈਡ ਕਰਿਆ ਕਿ ਮੇਰੇ ਕੋਲ ਆਇਲਟਸ ਨਹੀਂ ਹੈ ਬਟ ਆਫਟਰ ਗ੍ਰੈਜੂਏਸ਼ਨ 69% ਨੇ ਜੀ, ਬੱਚਾ ਬਿਲਕੁਲ ਐਲੀਜੀਬਲ ਹੈ। ਤੁਸੀਂ ਮੇਰੇ ਆਫਿਸ ਵਿਜ਼ਿਟ ਕਰੋ ਜੀ, ਮੈਂ ਸਾਰੀ ਦੀ ਸਾਰੀ ਪੇਮੈਂਟ ਆਫਟਰ ਵੀਜ਼ਾ ਲਾਉਂਗਾ। ਮੈਂ यूनिवर्सिटी ਤੁਹਾਡਾ ਆਫਰ ਲੈਟਰ ਅਪਲਾਈ ਕਰਾਉਂਗਾ। यूनिवर्सिटी ਦੇ ਚੰਗੇ ਰਿਜ਼ਲਟ ਨੇ। ਹਾਂ ਕੁਝ ਬੱਚਿਆਂ ਦੇ ਇਹੋ ਜਿਹੇ ਕੁਐਸਚਨਸ ਨੇ ਜੀ, ਮੇਰੀ ਓਵਰਆਲ ਤਾਂ 6 ਨੇ, ਨੋਟ ਲੈਸ ਦੈਨ ਮੇਰੇ ਇੱਕ ਮੋਡਿਊਲ 'ਚ 2 ਮੋਡਿਊਲ 'ਚ 5 ਰਹਿ ਗਏ ਤਾਂ ਬਿਲਕੁਲ ਉਹਦੇ ਲਈ ਵੀ ਆਪਣੇ ਕੋਲ ਬਹੁਤ ਸਾਰੀ ਟੌਪ ਦੀ ਯੂਨੀਵਰਸਿਟੀ ਨੇ। ਮਿਡਲੈਕਸ ਯੂਨੀਵਰਸਿਟੀ ਹੈ, ਸਟਰਲਿੰਗ ਹੈ, ਬੋਲਟਨ ਹੈ, ਬਾਥਸਪਾ ਯੂਨੀਵਰਸਿਟੀ ਹੈ, ਜਿਹੜੀ ਚੰਗੀ ਯੂਨੀਵਰਸਿਟੀ ਚੰਗੀ ਇੱਕ ਤਾਂ ਸਕਾਲਰਸ਼ਿਪ ਦਿੰਦੀ ਹੈ ਪਲੱਸ ਉਹਦੇ 'ਚ ਸਕਸੈਸ ਰੇਟ ਆਟੋਮੈਟਿਕਲੀ ਹਮੇਸ਼ਾ ਜ਼ਿਆਦਾ ਰਹਿੰਦਾ ਹੈ ਜੀ 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 ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਜਿੰਨੇ ਵੀ ਸਟੂਡੈਂਟ ਇਹ ਸ਼ੋਅ ਵੇਖ ਰਹੇ ਹੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝਣਗੇ, ਇਹਨਾਂ ਗੱਲਾਂ ਨੂੰ। ਤੁਹਾਡੀ ਜਾਣਕਾਰੀ ਲਈ ਹੀ ਇਹ ਸ਼ੋਅ ਲੈ ਕੇ ਆਉਂਦੇ ਹਾਂ, ਖਾਸ ਗੱਲਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਅਸੀਂ। ਤੇ ਆਪਾਂ ਹੁਣ ਜ਼ਰੂਰ ਉਹ ਗੱਲ ਤੇ ਵੀ ਆ ਜਾਈਏ ਜੋ ਆਪਾਂ ਪੈਕੇਜ ਸਿਸਟਮ ਦੀ ਗੱਲ ਕਰ ਰਹੇ ਸੀ ਕਿ ਕਿਹੜੇ ਸਟੂਡੈਂਟਸ ਨੂੰ ਪੈਕੇਜ ਸਿਸਟਮ ਲਈ ਜਾਂ ਪੈਕੇਜ ਲਈ ਅਪਲਾਈ ਕਰ ਸਕਦੇ ਨੇ, ਕਿਉਂਕਿ ਪਹਿਲਾਂ ਕਈ ਵਾਰੀ ਫੀਸ ਦੇਣੀ ਔਖੀ ਲੱਗਦੀ ਹੈ। ਨਹੀਂ ਮੈਮ ਦੇਖੋ, ਮੇਰੇ ਕੋਲ ਪੈਕੇਜ 2 ਲੱਖ ਰੁਪਏ ਤੋਂ ਲੈ ਕੇ 25 ਲੱਖ ਤੱਕ ਦਾ ਪੈਕੇਜ ਹੈ ਜੀ ਜੀ। ਪੈਕੇਜ ਵੈਰੀ ਕਰਦਾ ਹੈ ਜੀ, ਤੁਸੀਂ ਪੈਕੇਜ ਕਿਹੜੇ ਕਾਲਜ ਨਾਲ ਕਰ ਰਹੇ ਹੋ, ਕਿਹੜੀ ਕੰਟਰੀ ਨਾਲ ਕਰ ਰਹੇ ਹੋ ਜੀ ਜੀ। ਪੈਕੇਜ ਸੁਣਨ 'ਚ ਬੜਾ ਚੰਗਾ ਲੱਗਦਾ ਕਿ ਏਜੰਟ ਪੈਸਾ ਲਾਊਗਾ ਕਿ ਨਹੀਂ ਲਾਊਗਾ। ਮੈਂ ਪੈਕੇਜ 'ਚ ਡੀਲ ਕਰਦਾ, ਤੁਸੀਂ ਸਾਰੀ ਦੀ ਸਾਰੀ ਪੇਮੈਂਟ ਆਫਟਰ ਵੀਜ਼ਾ ਕਰਨੀ ਹੈ। ਮੇਰੇ ਕੋਲ 3 ਮਹੀਨੇ ਤੋਂ ਪੈਕੇਜ ਸ਼ੁਰੂ ਹੋ ਗਏ। ਮੇਰਾ ਪੈਕੇਜ ਜਿਹੜਾ 2 ਲੱਖ ਦਾ ਹੈ ਜੀ, ਉਸ 'ਚ ਮੈਂ ਕਾਲਜ ਦੀ 3 ਮਹੀਨੇ ਦੀ ਟਿਊਸ਼ਨ ਫੀਸ ਟ੍ਰਾਂਸਫਰ ਕਰਾਂਗਾ। ਜਿਹੜਾ ਮੇਰਾ ਪੈਕੇਜ 13 ਲੱਖ ਦਾ ਹੈ, ਉਸ 'ਚ ਮੈਂ ਸਾਰੀ ਦੀ ਸਾਰੀ ਟਿਊਸ਼ਨ ਫੀਸ ਆਫਟਰ ਵੀਜ਼ਾ ਲਊਂਗਾ, ਬਟ ਟਿਊਸ਼ਨ ਫੀਸ ਬੱਚੇ ਦੀ 1 ਸਾਲ ਦੀ ਟਿਊਸ਼ਨ ਫੀਸ ਜਾਏਗੀ। ਬੱਚੇ ਨੇ ਸਾਰੀ ਪੇਮੈਂਟ ਆਫਟਰ ਵੀਜ਼ਾ ਕਰਨੀ ਹੈ। ਬੱਚੇ ਨੇ ਸਿਰਫ ਮੈਨੂੰ ਇੱਕ ਐਮਬੈਸੀ ਫੀਸ ਦੇਣੀ ਹੈ ਤੇ ਇੱਕ GIC ਕਰਵਾ ਕੇ ਦੇਣਾ ਹੈ। ਮੈਂ ਬਾਕੀ ਸਾਰੇ ਪੈਸੇ ਆਪਣੇ
ਕੋਲੋਂ ਲਾਉਂਗਾ ਜਦੋਂ ਬੱਚੇ ਦਾ ਵੀਜ਼ਾ ਆਉਂਦਾ ਬੱਚੇ ਤੋਂ 13.5 ਲੱਖ ਦਾ ਜੋ ਮੇਰੇ ਟਰਮਸ ਐਂਡ ਕੰਡੀਸ਼ਨ ਬੱਚੇ ਨਾਲ ਫਾਈਨਲ ਹੋਈਆਂ ਉਹ ਮੈਂ ਬੱਚੇ ਨੂੰ ਚਾਰਜ ਕਰ ਲਾਂਗਾ। ਮੈਮ ਮੇਰੇ ਕੋਲ 25 ਲੱਖ ਦਾ ਪੈਕੇਜ ਕਿਵੇਂ ਹੈ ਜੀ? ਪੈਕੇਜ 'ਚ ਕੀ ਹੈ, ਪੈਕੇਜ 2 ਤੋਂ 25 ਦਾ ਕਿਵੇਂ ਗਿਆ ਕਿ 1 ਸਾਲ ਦੀ ਟਿਊਸ਼ਨ ਫੀਸ ਹੈ, 2 ਸਾਲ ਦੀ ਟਿਊਸ਼ਨ ਫੀਸ ਹੈ, ਜਾਂ ਬੱਚੇ ਦੀ ਫਲਾਈਟ ਵੀ ਉਹਦੇ 'ਚ ਐਡ ਆਨ ਹੈਗੀ ਹੈ, ਬੱਚੇ ਦਾ ਲੈਪਟਾਪ ਕਵਰ ਵੀ ਹੈਗਾ ਉਹਦੇ 'ਚ ਐਡ ਆਨ, ਬੱਚੇ ਦਾ ਇੰਸ਼ੋਰੈਂਸ ਵੀ ਐਡ ਆਨ ਹੈਗਾ। ਤਾਂ ਇਹ ਜਿਹੜੀ ਪ੍ਰਾਇੋਰਟੀ ਬੇਸਿਸ ਚੀਜ਼ਾਂ ਹੁੰਦੀਆਂ ਨੇ ਇਹ ਖਰਚਾ ਥੋੜਾ ਜਿਹਾ ਐਕਸਪੈਂਡ ਕਰ ਦਿੰਦੀਆਂ ਨੇ। ਬਟ ਇਹ ਕਰਕੇ ਪੈਕੇਜ ਕਰੋ ਤੁਸੀਂ, ਬਿਲਕੁਲ ਕਰੋ। ਬਟ ਪੈਕੇਜ 'ਚ ਤੁਸੀਂ ਸਭ ਤੋਂ ਪਹਿਲਾਂ ਆਫਰ ਲੈਟਰ ਤੁਹਾਡੇ ਕਿਹੜੇ ਕਾਲਜ ਤੋਂ ਆਇਆ ਜੀ, ਫਿਰ ਏਜੰਟ ਨੇ ਫੀਸ ਪੇ ਕਰੀ ਹੈ ਕਿ ਨਹੀਂ ਕਰੀ ਹੈ, ਤੁਸੀਂ LOA ਮੇਰੇ ਕੋਲ ਅਗਰ ਤੁਸੀਂ ਅਪਲਾਈ ਕਰ ਸਕਦੇ ਹੋ, ਮੈਂ ਕ੍ਰਿਸਟਲ ਕਲੀਅਰ ਤੁਹਾਡੇ ਨਾਲ ਚੱਲਾਂਗਾ ਜੀ। ਤੁਸੀਂ ਸਾਰੇ ਪੇਮੈਂਟ ਆਫਟਰ ਵੀਜ਼ਾ ਦੇਣੀ ਹੈ, ਮੈਂ LOA 1 ਸਾਲ ਦੀ ਜਿਹੜੀ ਮੈਂ ਟਿਊਸ਼ਨ ਫੀਸ ਕਾਲਜ ਨੂੰ ਪੇ ਕਰਾਂਗਾ, ਤੁਸੀਂ ਉਹਦੀ ਰਸੀਦ ਵੀ ਮੇਰੇ ਤੋਂ ਗੈਟ ਕਰ ਸਕਦੇ ਹੋ। ਜੀ ਬਿਲਕੁਲ। ਤੇ ਮੈਂ ਇਹ ਜਾਣਨਾ ਚਾਹੂੰਗੀ ਜਿਹੜਾ ਤੁਸੀਂ ਪੈਕੇਜ ਦੀ ਗੱਲ ਕਰ ਰਹੇ ਹੋ ਕਿ ਕਿਸੇ ਵੀ ਕੰਟਰੀ ਲਈ ਅਪਲਾਈ ਕਰਨਾ ਹੋਵੇ ਤਾਂ ਸਟੂਡੈਂਟਸ ਨੂੰ ਪੈਕੇਜ ਸਰਵਿਸਿਜ਼ ਮਿਲ ਸਕਦੀ ਹੈ? ਬਿਲਕੁਲ ਮੈਮ, ਅਗਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਤੁਸੀਂ UK ਜਾਂ USA ਵੀ ਜਾਣਾ ਚਾਹੁੰਦੇ ਹੋ, ਚਾਰੋਂ ਕੰਟਰੀਜ਼ ਲਈ ਮੇਰੇ ਕੋਲ ਪੈਕੇਜ ਸਰਵਿਸਿਜ਼ ਹੈਗੀ ਹੈ ਜੀ। ਤੁਸੀਂ ਪੈਕੇਜ ਕਰੋ ਸਾਡੇ ਨਾਲ, ਤੁਸੀਂ ਸਾਰੀ ਪੇਮੈਂਟ ਆਫਟਰ ਵੀਜ਼ਾ ਦੇਣੀ ਹੈ। ਵੀਜ਼ਾ ਤੁਹਾਡਾ ਆ ਗਿਆ, ਵੀਜ਼ਾ ਆਉਣ ਤੋਂ ਬਾਅਦ ਮੈਮ ਪਤਾ ਕੀ ਹੈ ਅੱਜ ਦੇ ਟਾਈਮ 'ਚ ਕੀ ਹੈ ਨਾ, ਬੱਚਾ ਇੱਕ ਵਾਰ ਰਿਫਿਊਜ਼ ਲਵਾ ਬੈਠਾ ਜੀ, 2 ਵਾਰ ਲਵਾ ਬੈਠਾ ਹੈ। ਬਿਲਕੁਲ। ਪਤਾ ਉਹ ਕਿਸੇ ਏਜੰਟ ਤੋਂ ਅਪਲਾਈ ਕਰਿਆ ਸੀਗਾ ਜੀ, ਏਜੰਟ ਨੇ ਬੱਚੇ ਦੇ 2.5 ਲੱਖ ਗਏ, ਬੱਚੇ ਦੇ 3 ਲੱਖ ਦਾ ਲਾਸ ਹੋ ਗਿਆ ਜੀ। ਇਹ ਲਾਸ ਜਿਹੜਾ ਆਉਂਦਾ ਨਾ, ਬੱਚਾ ਪੂਰਾ ਭਰਪਾਈ ਇਹਦੇ ਫਾਈਨੈਂਸ਼ੀਅਲ ਸੋਰਸਸ ਨਹੀਂ ਹੁੰਦੇ ਜੀ, ਬੱਚਾ ਫੜ ਤੜ ਕੇ ਵੀ ਲੋਨ ਕਰਦਾ ਜੀ, ਪੇਮੈਂਟ ਕਲੈਕਟ ਕਰਕੇ ਏਜੰਟ ਨੂੰ ਦੇਤੀ, ਵੀਜ਼ਾ ਰਿਫਿਊਜ਼ਡ ਹੋ ਗਿਆ, ਏਜੰਟ ਕਹਿੰਦਾ ਕਿ ਮੈਂ ਤੇਰੀ ਪੇਮੈਂਟ ਜਿਹੜੀ ਹੈਗੀ ਕੱਟ ਕਟਾ ਕੇ ਕਾਲਜ ਤੋਂ ਵਾਪਸ ਆਣੀ ਹੈ ਜੀ। ਤੁਸੀਂ ਬਿਲਕੁਲ ਪੈਕੇਜ ਕਰੋ, ਜਦੋਂ ਆ ਗਿਆ ਵੀਜ਼ਾ ਫਿਰ ਪੈਸੇ ਦੇਣੇ ਹੈ, ਉਹ ਤੋਂ ਪਹਿਲਾਂ 1 ਰੁਪਿਆ ਨਹੀਂ ਦੇਣਾ ਜੀ। ਪਰ ਮੈਂ ਇਸ ਚੀਜ਼ ਨੂੰ ਹੋਰ ਸਮਝਣਾ ਚਾਹਾਂਗੀ ਕਿਉਂਕਿ ਅਸੀਂ ਅੱਜ ਦੇ ਟਾਈਮ ਵਿੱਚ ਦੇਖਦੇ ਹਾਂ ਕਿ ਜਿਹੜੀ ਚੀਜ਼ ਸੁਣਨ ਨੂੰ ਜਾਂ ਮਹਿਸੂਸ ਚੰਗੀ ਲੱਗ ਰਹੀ ਹੁੰਦੀ ਉਹਦੇ ਪਿੱਛੇ ਕੁਝ ਨਾ ਕੁਝ ਇਹੋ ਜਿਹੀ ਚੀਜ਼ਾਂ ਹੁੰਦੀਆਂ ਜੋ ਬਾਅਦ 'ਚ ਅਗਰ ਆਪਾਂ ਕਈ ਵਾਰ ਐਕਸਪੀਰੀਅੰਸ ਕਰੀਏ ਤਾਂ ਉਹ ਬੁਰਾ ਅਹਿਸਾਸ ਵੀ ਦੇ ਜਾਂਦੀ। ਮੈਂ ਇਹ ਪੂਰਾ ਸਿਸਟਮ ਸਮਝਣਾ ਚਾਹੂੰਗੀ ਕਿ ਕਿਵੇਂ ਕੋਈ ਕੰਪਨੀ ਇਹ ਚੀਜ਼ ਨੂੰ ਮੈਨੇਜ ਕਰਦੀ ਹੈ, ਇੰਨੇ ਸਾਰੇ ਸਟੂਡੈਂਟਸ ਅਪਲਾਈ ਕਰਦੇ ਆ। ਮੈਡਮ ਲੋਕੀ ਕਹਿੰਦੇ ਨੇ ਜੀ ਮੇਰੀ ਐਮਬੈਸੀ ਸੈਟਲਮੈਂਟ ਹੈ, ਉਹ ਝੂਠ ਹੈ। ਸਭ ਤੋਂ ਪਹਿਲਾਂ ਵੱਡਾ ਫਰਾਡ ਉਹ ਬੰਦਾ ਹੈ ਜਿਹੜਾ ਇਹ ਚੀਜ਼ ਕਹਿ ਰਿਹਾ ਹੈ। ਐਮਬੈਸੀ ਕਿਸੇ ਦੀ ਸੈਟਲਮੈਂਟ ਨਹੀਂ ਹੁੰਦੀ ਹੈ ਜੀ, ਸਾਡਾ ਟਾਈਪ ਹੁੰਦਾ, ਸਾਡਾ ਟਾਈਪ ਕਾਲਜਸ ਨਾਲ ਹੈ, ਐਮਬੈਸੀ ਨਾਲ ਸਾਡਾ ਕੋਈ ਟਾਈਪ ਨਹੀਂ ਹੈਗਾ। ਸਾਡਾ ਕਾਲਜ ਨੂੰ ਆਪਾਂ ਬੱਚੇ ਦਾ ਆਫਰ ਲੈਟਰ ਮੰਗਾਉਂਦੇ ਆ ਜੀ, ਆਪਾਂ ਏਜੰਟ ICCRC ਮੈਂਬਰ ਹੈ, ਸਭ ਤੋਂ ਪਹਿਲੀ ਪ੍ਰੈਫਰੈਂਸ ਸਾਨੂੰ ਮਿਲਦੀ ਹੈ ਜੀ। ਅਗਰ ਬੱਚਾ ਖੁਦ ਅਪਲਾਈ ਕਰ ਰਿਹਾ ਤਾਂ ਬੱਚੇ ਦਾ ਆਫਰ ਲੈਟਰ 20 ਦਿਨ ਚ 30 ਦਿਨ ਚ ਆਊਗਾ। ਸਾਡੇ ਤੋਂ ਅਪਲਾਈ ਕਰ ਰਿਹਾ, ਮੈਂ ਬੱਚੇ ਨੂੰ ਵਿਦਿਨ ਵੀਕ ਆਫਰ ਲੈਟਰ ਦਊਂਗਾ ਜੀ। ਆਫਰ ਲੈਟਰ ਆ ਗਿਆ, ਆਫਰ ਲੈਟਰ ਤੇ ਟਿਊਸ਼ਨ ਫੀਸ ਮੈਂਸ਼ਨ ਹੈ ਕਿ ਤੇਰੀ $13,000 ਟਿਊਸ਼ਨ ਫੀਸ ਆਈ ਹੈ ਬਾਈ, ਤੇਰੀ 16,000 ਹੈ। ਤਾਂ ਟਿਊਸ਼ਨ ਫੀਸ ਏਜੰਟ ਜਦੋਂ ਪੇ ਕਰਦਾ ਹੈ ਕਾਲਜ ਨੂੰ, ਤਾਂ ਕਾਲਜ ਇੱਕ ਰਿਸਿਪਟ ਦਿੰਦਾ ਹੈ, ਉਹ ਰਿਸਿਪਟ ਨੂੰ ਆਪਾਂ ਕਹਿੰਦੇ ਆ LOA। ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਉਸ ਰਿਸਿਪਟ ਨੂੰ ਆਪਾਂ ਕਹਿੰਦੇ ਆ COE। ਅਗਰ ਆਪਾਂ UK ਦੀ ਗੱਲ ਕਰ ਰਹੇ ਹਾਂ, ਉਹਨੂੰ ਆਪਾਂ ਕੈਸ਼ ਲੈਟਰ ਕਹਿੰਦੇ ਆ। ਤੁਸੀਂ ਏਜੰਟ ਤੋਂ ਵੈਰੀਫਾਈ ਕਰਕੇ ਚੱਲੋ ਕਿ ਮੈਂ ਤੁਹਾਡੇ ਨਾਲ ਪੈਕੇਜ ਕਰ ਰਿਹਾ, ਕੀ ਤੁਸੀਂ ਮੇਰੇ ਨਾਲ LOA ਸ਼ੇਅਰ ਕਰੋਗੇ? ਜੇ ਮੈਂ ਕੈਨੇਡਾ ਕਰ ਰਿਹਾ, ਜੇ ਮੈਂ UK ਕਰ ਰਿਹਾ ਤਾਂ ਮੇਰੇ ਕੋਲ ਕੈਸ਼ ਲੈਟਰ ਦੋਗੇ ਜੀ? ਬਿਲਕੁਲ ਕੈਸ਼। ਮੈਮ ਕਾਲਜਸ ਨੂੰ ਪਤਾ ਕੀ ਹੈ, ਕਾਲਜਸ ਨੂੰ ਜਦੋਂ ਜਿੰਨੀ ਤੁਸੀਂ ਟਿਊਸ਼ਨ ਫੀਸ ਪਾਓਗੇ ਉਹਨੇ ਉਹਨੇ ਦੀ ਰਸੀਦ ਦੇਣੀ ਹੈ। ਜਿੰਨਾ ਆਪਾਂ ਇੰਡੀਅਨ ਬੈਂਕ ਨੂੰ ਲੈ ਲੈਣੇ ਆਪਾਂ, ਮੈਂ ਕਹਿੰਦਾ ਮੇਰੇ ਖਾਤੇ 'ਚ 10 ਲੱਖ ਰੁਪਇਆ ਹੋ ਗਿਆ, 10 ਲੱਖ ਜਮਾ ਹੋਇਆ ਤਾਂ ਹੀ ਮੈਂ 10 ਬੈਂਕ ਨੇ 10 ਲੱਖ ਦੀ ਰਸੀਦ ਦੇਈ ਹੈ। ਕਾਲਜ ਨੂੰ ਜਿੰਨਾ ਪੈਸਾ ਜਾਊਗਾ ਉਹਨੇ ਦੀ ਕਾਲਜ ਨੂੰ ਰਸੀਦ ਦੇਣੀ, ਕਿਉਂਕਿ ਕਾਲਜ ਦੇ ਵੀ ਕਿਤੇ ਨਾ ਕਿਤੇ ਇੱਕ ਹਾਈ ਕਮਿਸ਼ਨ ਨੂੰ ਡਾਕੂਮੈਂਟ ਲੱਗ ਰਿਹਾ ਜੀ। ਕਾਲਜ ਵੀ ਫੇਕ ਡਾਕੂਮੈਂਟ ਪ੍ਰੋਵਾਈਡ ਨਹੀਂ ਕਰ ਸਕਦਾ। ਤਾਂ ਤੁਸੀਂ ਪੈਕੇਜ ਕਰੋ, ਚੰਗਾ ਪ੍ਰੋਸੈਸ ਹੈ। ਤੁਹਾਡੇ ਓਵਰਆਲ 6 ਨੇ, ਇੱਕ ਮੋਡਿਊਲ ਚ 5 ਨੇ, ਓਵਰਆਲ 6 ਈਚ ਨੇ ਜੀ, ਜਾਂ ਓਵਰਆਲ 6 ਨਾਟ ਲੈਸ ਦੈਨ 5 ਵੀ ਤੁਹਾਡੇ ਇੱਕ ਮੋਡਿਊਲ ਚ ਹੈਗਾ। ਤੁਸੀਂ ਕੈਨੇਡਾ, ਆਸਟ੍ਰੇਲੀਆ, UK ਤੇ USA ਲਈ ਐਲੀਜੀਬਲ ਹੋ। ਤੁਸੀਂ ਟੀਵੀ ਦੇ ਉੱਤੇ ਸਕਰੀਨ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ, ਮੇਰੇ ਆਫਿਸ ਆ ਕੇ ਮੈਨੂੰ ਮਿਲ ਸਕਦੇ ਹੋ। ਮੈਂ ਸਾਰੀ ਪੇਮੈਂਟ ਆਫਟਰ ਵੀਜ਼ਾ ਲੈਣੀ ਹੈ ਜੀ। ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਬਹੁਤ ਸਾਰੇ ਬਿਲਕੁਲ ਅਸੀਂ ਕਹਿ ਸਕਦੇ ਕਿ ਆਪਣੇ ਨੂੰ ਫਾਈਨੈਂਸ਼ੀਅਲੀ ਸਿਕਿਉਰ ਕਰਨ ਲਈ ਅੱਜਕੱਲ ਜੋ ਹੈ ਸਟੂਡੈਂਟਸ ਔਰ ਪੇਰੈਂਟਸ ਦਾ ਰੁਝਾਨ ਹੁੰਦਾ ਹੈ ਕਿ ਅਸੀਂ ਜੋ ਹੈ ਫੀਸ ਆਫਟਰ ਵੀਜ਼ਾ ਹੀ ਦਈਏ। ਸੋ ਇਹ ਤੁਹਾਡੇ ਲਈ ਬੜਾ ਹੀ ਸੇਫ ਰਹਿਣ ਵਾਲਾ। ਬਿਲਕੁਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਕਵਿਤਾ ਗੱਲ ਕਰ ਰਹੀ ਹਾਂ। ਹਾਂਜੀ, ਕੀ ਸਵਾਲ ਹੈ? ਮੈਂ ਪੁੱਛਣਾ ਸੀ, ਮੈਂ ਕੈਨੇਡਾ ਬਾਰੇ ਫਾਈਲ ਲਵਾਨੀ ਹੈ ਜੀ, ਤੇ 6 ਈਚ ਬੈਂਡ ਸਕੋਰ ਹੈ। ओके जी। तो थोड़ा सा बताओ मैम। क्वालिफिकेशन दस दो, +2 की ग्रेजुएशन की है या मास्टर? +2 की है मैम। ओके। +2 रिसेंटली है बच्चे? रिसेंटली है ठीक है। 6 ईच ने ਤੁਹਾਡੇ? हाँ जी। ठीक है बच्चा, ਇਹਦੇ 'ਚ ਤੁਹਾਡੇ ਲਈ 2 ਕਨਸੈਪਟ ਨੇ।
ਤੁਸੀਂ 6E ਚ ਤੁਹਾਡੇ ਆ ਗਏ ਨੇ, ਤੁਸੀਂ SDS ਕੈਟਾਗਰੀ ਚ ਫਾਲ ਇਨ ਕਰੋਗੇ। ਇਹਦੇ ਚ ਦੋ ਆਪਸ਼ਨਸ ਨੇ, ਬੱਚੇ ਜਾਂ ਤਾਂ ਇਹ ਜਾਊਗਾ ਮੈਡਮ ਡਿਪਲੋਮਾ ਤੇ, ਡਿਪਲੋਮਾ ਪਲੱਸ ਐਡਵਾਂਸ ਡਿਪਲੋਮਾ, ਜੋ ਕਿ ਦਿੰਦੇ ਨੇ ਸਾਨੂੰ ਕਾਲਜ। ਇੱਕ ਬੱਚੇ ਦਾ ਰਾਹ ਆਉਂਦਾ ਹੈ ਕਿ ਯੂਨੀਵਰਸਿਟੀ ਬੱਚਾ ਕੇਸ ਪ੍ਰੋਸੀਡ ਕਰੇ। ਯੂਨੀਵਰਸਿਟੀ ਆਪਾਂ ਨੂੰ 3 ਸਾਲ ਦੀ ਬੈਚਲਰਸ ਦੇ ਦਿੰਦੀ ਹੈ। ਬਹੁਤ ਬੱਚਿਆਂ ਦਾ ਕੁਐਸਚਨ ਹੁੰਦਾ ਮੈਮ ਕਿ ਮੇਰੀ ਦੇਖੋ ਪਰਸੈਂਟੇਜ ਚੰਗੀ ਹੈ, ਮੇਰੇ ਬੈਂਡ ਸਕੋਰ ਚੰਗੇ ਹੈ, ਪਰ ਮੇਰੇ ਕੋਲ ਫਾਈਨੈਂਸ਼ੀਅਲਸ ਨਹੀਂ ਹੈਗੇ ਹੈ। ਮੈਂ ਬਿਲਕੁਲ ਜਿਹੜਾ ਬੱਚਾ ਯੂਨੀਵਰਸਿਟੀ ਜਾਣਾ ਚਾਹੁੰਦਾ ਹੈ, ਮੈਂ ਲੋਨ ਸਰਵਿਸਿਜ਼ ਪ੍ਰੋਵਾਈਡ ਕਰਾਉਂਗਾ। ਤੁਸੀਂ ਸਾਰੇ ਪੈਸੇ ਤੁਹਾਡਾ ਬੈਂਕ ਨੇ ਪੇ ਕਰਨੇ, ਤੁਸੀਂ ਸਾਰੀ ਐਜੂਕੇਸ਼ਨ ਕੰਪਲੀਟ ਹੋਣ ਤੋਂ ਬਾਅਦ ਬੈਂਕ ਦਾ ਲੋਨ ਤਾਰਨਾ ਸ਼ੁਰੂ ਕਰਨਾ ਹੈ। ਇਹ ਪੈਕੇਜ ਦੇ ਵਿੱਚ ਹੀ ਆਉਂਦਾ ਜੀ। ਤੁਸੀਂ ਸਾਰੇ ਪੈਸੇ ਆਫਟਰ ਵੀਜ਼ਾ ਦਿਓ, ਮੈਂ ਲੋਨ ਕਰਾਉਂਗਾ ਤੁਹਾਡਾ ਯੂਨੀਵਰਸਿਟੀਜ਼ ਦਾ। ਚੰਗੀ ਯੂਨੀਵਰਸਿਟੀਜ਼ ਹੋਊਗੀ, ਬ੍ਰੈਂਪਟਨ ਤੁਸੀਂ ਜਾ ਸਕਦੇ ਹੋ, ਤੁਸੀਂ ਵੈਂਕੂਵਰ ਜਾ ਸਕਦੇ ਹੋ, ਤੁਸੀਂ ਸੱਚ ਆਫ ਯੂਨੀਵਰਸਿਟੀਜ਼ ਸਾਡੇ ਨਾਲ ਟਾਈ ਅਪ ਤੇ ਜੁੜੀਆਂ ਹੋਏ ਨੇ। ਤੁਸੀਂ ਕੋਈ ਰੁਪਿਆ ਵੀ ਮੈਨੂੰ ਨਹੀਂ ਦੇਣਾ। ਤੁਸੀਂ ਯੂਕੇ ਜਾਓ, ਤੁਸੀਂ ਕੈਨੇਡਾ ਜਾਓ, ਤੁਸੀਂ ਆਸਟ੍ਰੇਲੀਆ ਜਾਓ, ਸਾਰੇ ਲੋਨ ਸਰਵਿਸਿਜ਼ ਮੈਂ ਕਰਾਉਂਗਾ। ਤੁਸੀਂ ਜਦੋਂ ਬੱਚੇ ਸਟੱਡੀ ਕੰਪਲੀਟ ਹੋ ਜੂਗੀ ਉਸ ਤੋਂ ਬਾਅਦ ਤੁਸੀਂ ਲੋਨ ਤਾਰਨਾ ਸ਼ੁਰੂ ਕਰਨਾ ਹੈ ਜੀ। ਬਿਲਕੁਲ, ਅਗਲੇ ਕਾਲਰ ਵੀ ਜੁੜ ਗਏ ਨੇ। ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਸਾਡੀ ਆਵਾਜ਼ ਨਹੀਂ ਉਹਨਾਂ ਤੱਕ ਪਹੁੰਚ ਪਾ ਰਹੀ ਹੈ। ਤਾਂ ਮੈਂ ਇਹ ਜ਼ਰੂਰ ਪੁੱਛਣਾ ਚਾਹ ਰਹੀ ਸੀ ਕਿ ਆਪਾਂ ਇਹ ਤਾਂ ਗੱਲ ਕਰਦੇ ਹਾਂ ਵੀ ਜਿਨ੍ਹਾਂ ਦੇ ਓਵਰਆਲ 5.5 ਬੈਂਡ ਰਹਿ ਗਏ ਨੇ, ਹੈ ਨਾ, ਜਾਂ ਫਿਰ ਚਲੋ ਕਹਿ ਲਈਏ ਕਿ ਇੱਕ ਓਵਰਆਲ 6 ਨੇ, 2 5.5 ਉਹ ਅਪਲਾਈ ਕਰ ਦਿੰਦੇ ਨੇ। ਪਰ ਅਪਲਾਈ ਕਰਨ ਤੋਂ ਬਾਅਦ ਦਾ ਆਪਾਂ ਪਹਿਲੂ ਦੇਖੀਏ ਕਿ ਕਿੰਨਾ ਕੁ ਸਕਸੈਸ ਰੇਟ ਇਹੋ ਜਿਹੇ ਕੇਸਿਸ ਦਾ। ਨਹੀਂ ਮੈਡਮ ਦੇਖੋ, ਇਹ ਕਹਿਣ ਦੀਆਂ ਗੱਲਾਂ ਨੇ ਜੀ ਕਿ ਮੇਰੇ ਓਵਰਆਲ 7 ਆ ਗਏ ਸੀਗੇ ਜੀ, ਜਾਂ ਓਵਰਆਲ ਮੇਰੇ 777 ਆ ਗਏ, ਪਰ ਕਿਤੇ ਨਾ ਕਿਤੇ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਜੀ। ਮੈਂ ਕੰਪਨੀ ਦਾ ਨਾਂ ਨਹੀਂ ਲੈਣਾ ਚਾਹੂੰਗਾ। ਮੇਰੇ ਕੋਲ ਉਹ ਕੰਪਨੀ ਹੈ, ਉਹ ਬੱਚੇ ਦੀ ਐਸਓਪੀ ਪ੍ਰੋਵਾਈਡ ਹੀ ਨਹੀਂ ਕਰਦੀ, ਐਸਓਪੀ ਲਾਉਂਦੀ ਹੀ ਨਹੀਂ ਜੀ ਫਾਈਲ ਦੇ ਨਾਲ। ਅਗਰ ਤੁਸੀਂ ਕੈਨੇਡਾ ਜਾ ਰਹੇ ਹੋ, ਅਗਰ ਤੁਸੀਂ ਆਸਟ੍ਰੇਲੀਆ ਜਾ ਰਹੇ ਹੋ, ਜਾਂ ਤੁਸੀਂ ਯੂਕੇ ਜਾ ਰਹੇ ਹੋ, ਇਹ ਤਿੰਨੋਂ ਕੰਟਰੀਜ਼ ਜਿਹੜਾ ਵੀਜ਼ਾ ਆਫੀਸਰ ਹੈਗਾ ਉਹਨੇ ਤੁਹਾਡੀ ਸਮਰੀ ਚੈੱਕ ਕਰਨੀ ਹੈ ਜੀ ਕਿ ਤੁਸੀਂ 195 ਮੁਲਕ ਹੈ, ਤੁਸੀਂ ਯੂਕੇ ਹੀ ਕਾਹਤੋਂ ਚੂਜ਼ ਕਰਿਆ ਜਾਂ ਤੁਸੀਂ ਕੈਨੇਡਾ ਹੀ ਕਾਹਤੋਂ ਚੂਜ਼ ਕਰਿਆ। ਤਾਂ ਐਸਓਪੀ ਬਣਾਣੀ ਬਹੁਤ ਜ਼ਰੂਰੀ ਹੈ ਜੀ। ਹੁਣ ਮੈਂ ਕਹਿੰਦਾ ਕਿ ਬੱਚੇ ਦੇ ਓਵਰਆਲ 5.5 ਬੈਂਡ ਸਕੋਰ ਆ ਗਏ ਤੇ ਵੀਜ਼ਾ ਨਹੀਂ ਆਊਗਾ। ਤੁਹਾਡੇ ਓਵਰਆਲ 5 ਵੀ ਹੈਗੇ, ਤੁਸੀਂ ਮੇਰੇ ਆਫਿਸ ਵਿਜ਼ਿਟ ਕਰੋ, ਮੈਂ ਆਸਟ੍ਰੇਲੀਆ ਦੇ ਸੱਚ ਆਫ ਵੀਜ਼ਾਸ ਤੁਹਾਡੇ ਅੱਗੇ ਰੱਖਾਂਗਾ। ਜਦੋਂ ਤੁਸੀਂ ਸੈਟੀਸਫਾਈ ਹੋਗੇ ਤੋਂ ਬਾਅਦ ਮੈਂ ਤੁਹਾਡੀ ਫਾਈਲ ਚੁੱਕੂੰਗਾ ਤੇ ਉਹ ਪੇਮੈਂਟ ਵੀ ਮੈਂ ਆਫਟਰ ਵੀਜ਼ਾ ਲਵਾਂਗਾ ਤੁਹਾਡੇ ਤੋਂ। ਮੈਮ ਆਸਟ੍ਰੇਲੀਆ ਇਸ ਟਾਈਮ ਓਵਰਆਲ ਮੇਰੇ ਕੋਲ, ਤੁਸੀਂ ਆਫਿਸ ਮੇਰੇ ਵਿਜ਼ਿਟ ਕਰ ਸਕਦੇ ਹੋ ਜੀ, ਮੇਰੇ ਕੋਲ ਓਵਰਆਲ 5 ਤੇ ਵੀਜ਼ਾਸ ਹੈ ਕੈਨੇਡਾ ਦੇ, ਓਵਰਆਲ 5.5 ਤੇ ਮੇਰੇ ਕੋਲ ਆਸਟ੍ਰੇਲੀਆ ਸੱਚ ਆਫ ਵੀਜ਼ਾਸ ਨੇ। ਅੱਛਾ, ਇੱਕ ਇਹ ਵੀ ਨਵੀਂ ਚੀਜ਼ ਹੈ ਮੈਡਮ, ਇਹ ਬਹੁਤ ਪੁਰਾਣੇ ਟਾਈਮ ਤੋਂ ਚੱਲੀ ਆਈ ਹੈ ਕਿ ਬੱਚਿਆਂ ਦੇ 48% ਆ ਗਏ ਜੀ। +2 2016 ਚ ਕਰੀ ਸੀਗੀ ਤੇ ਮੇਰੇ ਗੈਪ ਹੈ। ਗੈਪ ਜਸਟੀਫਿਕੇਸ਼ਨ ਤੁਸੀਂ ਕਵਰ ਕਰੋ ਆਪਣੀ, ਗੈਪ ਜਸਟੀਫਿਕੇਸ਼ਨ ਕਵਰ ਕਰਕੇ ਤੁਸੀਂ ਮੇਰੇ ਆਫਿਸ ਵਿਜ਼ਿਟ ਕਰੋ। ਮੈਂ ਤੁਹਾਡਾ ਯੂਕੇ ਅਪਲਾਈ ਕਰਾਉਂਗਾ ਵਿਦਆਊਟ ਟੈਲਸ, ਕੈਨੇਡਾ ਅਪਲਾਈ ਕਰਾਉਂਗਾ ਵਿਦਆਊਟ ਟੈਲਸ, ਤੇ ਡੈਫੀਨਿਟਲੀ ਚੰਗਾ ਰਿਜ਼ਲਟ ਦੇ ਪਾਉਂਗਾ ਜੀ। ਅਗਲੇ ਕਾਲਰ ਜੁੜੇ ਨੇ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਜੀ? ਮੇਰੇ ਓਵਰਆਲ ਨੇ 2 ਸਾਲ ਤੋਂ ਨਹੀਂ, ਠੀਕ ਹੈ +2 ਦਿੱਤੀ 2018 ਦੇ ਜੀ। ਮੈਂ ਯੂਕੇ ਦੇ ਰਿਗਾਰਡਿੰਗ ਪੁੱਛਾ। ਬਿਲਕੁਲ ਸਰ, ਮਨਪ੍ਰੀਤ ਜੀ ਆਪ ਬਿਲਕੁਲ ਯੂਕੇ ਦੇ ਲਈ ਐਲੀਜੀਬਲ ਹੋ। ਤੁਹਾਡੇ ਓਵਰਆਲ 6 ਨੇ, 2 ਚ 5.5 ਨੇ, +2 ਚ ਤੁਹਾਡੇ ਕਿੰਨੀ ਪਰਸੈਂਟੇਜ ਆਈ ਹੈ ਬੱਚੇ? ਮੇਰੀ 68% ਹੈ ਜੀ। 68% ਹੈ ਤੇ +2 ਕਰੀ ਕਿਹਦੇ ਨਾਲ ਹੈ? ਮੈਂ ਨਾਨ ਮੈਡੀਕਲ ਦੇ ਨਾਲ। ਬਿਲਕੁਲ ਹੈ ਜੀ। ਦੇਖੋ ਬੱਚੇ ਨੇ +2 ਨਾਨ ਮੈਡੀਕਲ ਦੇ ਨਾਲ ਕਰੀ ਹੈ, 68% ਮਾਰਕਸ ਨੇ। ਆਇਲਟਸ ਬੱਚੇ ਨੇ ਕਰਿਆ ਹੋਇਆ ਜੀ। ਬੱਚਾ ਯੂਕੇ ਬਿਲਕੁਲ ਜਾ ਸਕਦਾ ਹੈ। ਮੈਂ ਇਨਰ ਲੰਡਨ ਹੀ ਬੱਚੇ ਨੂੰ ਯੂਨੀਵਰਸਿਟੀਜ਼ ਪ੍ਰੋਵਾਈਡ ਕਰਾਉਂਗਾ ਜੀ। ਉਹਦੇ ਵਿੱਚ ਯੂਨੀਵਰਸਿਟੀਜ਼ ਬੱਚੇ ਨੂੰ ਸਕਾਲਰਸ਼ਿਪ ਵੀ ਦਿੰਦੀਆਂ ਨੇ ਜੀ। ਸਕਾਲਰਸ਼ਿਪ ਦੇ ਨਾਲ ਮੈਡਮ ਡਿਗਰੀ ਬੱਚਾ ਕਿਤੇ ਨਾ ਕਿਤੇ ਲੈ ਕੇ ਜਾ ਰਿਹਾ ਤਾਂ ਉਹਦੀ ਪੀਆਰ ਸਭ ਤੋਂ ਜ਼ਿਆਦਾ ਹੋਊਗੀ ਜੀ। ਇਦਾਂ ਨਹੀਂ ਹੈ ਕਿ ਕਾਲਜ ਦੇ ਪੀਆਰ ਪ੍ਰੋਸਪੈਕਟ ਨਹੀਂ ਹੈਗੇ, ਤੁਸੀਂ ਪੜਨ ਚੱਲੇ ਹੋ। ਬਹੁਤ ਸਾਰੇ ਬੱਚੇ ਦਾ ਕੁਐਸਚਨ ਸਰ ਮੈਨੂੰ ਤਾਂ ਵੀਜ਼ਾ ਹੀ ਚਾਹੀਦਾ ਹੈ। ਵੀਜ਼ਾ ਲੈਣਾ ਮਕਸਦ ਨਹੀਂ ਹੈਗਾ, ਕੱਲ ਨੂੰ ਇੱਕ ਬੱਚਾ ਭੇਜਣਾ ਮਕਸਦ ਹੈ, ਬਟ ਕਿਤੇ ਨਾ ਕਿਤੇ ਸੈਟਲਮੈਂਟ ਪੂਰੇ ਫੈਮਿਲੀ ਦੀ ਹੈ ਜੀ। ਤੁਸੀਂ ਚੰਗੇ ਏਜੰਟ ਦੇ ਕੋਲ ਜਾਓ, ਚੰਗੀ ਗਾਈਡੈਂਸ ਲੈ ਕੇ ਤੁਸੀਂ ਆਪਣੀ ਫਾਈਲ ਅਪਲਾਈ ਕਰੋ। ਓਵਰਆਲ 6 ਨੇ ਤੁਹਾਡੇ, 2 ਚ 5.5 ਆ ਗਏ, ਓਵਰਆਲ ਤੁਹਾਡੇ 6 ਨੇ, ਨਾਟ ਲੈਸ ਦੈਨ 5 ਵੀ ਹੈਗੇ, ਤਾਂ ਵੀ ਮੈਂ ਚੰਗੀ ਯੂਨੀਵਰਸਿਟੀਜ਼ ਪ੍ਰੋਵਾਈਡ ਕਰਾਉਂਗਾ। ਤੇ ਲੋਨ ਸਰਵਿਸਿਜ਼ ਪਲੱਸ ਇਹ ਪਲੱਸ ਪੁਆਇੰਟ ਹੈ ਜੀ, ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ, ਲੋਨ ਸਰਵਿਸਿਜ਼ ਕਰਾਉਂਗਾ। ਬੈਂਕ ਤੁਹਾਡਾ ਐਜੂਕੇਸ਼ਨ ਲੋਨ ਦਊਗਾ, ਬੈਂਕ ਤੁਹਾਡੀ ਟਿਊਸ਼ਨ ਫੀਸ ਪੇ ਕਰੂਗਾ ਜੀ। ਉਸ ਤੋਂ ਬਾਅਦ ਤੁਹਾਡਾ ਰਿਜ਼ਲਟ ਚੰਗਾ ਹੋਊਗਾ, ਤੁਸੀਂ ਸਟੱਡੀਜ਼ ਕੰਪਲੀਟ ਹੋ, ਤੁਸੀਂ ਉੱਥੇ ਵੈਲ ਸੈਟਲ ਹੋ। ਜਦੋਂ ਤੁਹਾਡੀ ਜੌਬ, ਪਹਿਲਾ ਦਿਨ ਤੁਸੀਂ ਜੌਬ ਦਾ ਜਾਓਗੇ, ਉਸ ਦਿਨ ਤੋਂ ਤੁਸੀਂ ਕਾਲਜ ਨੂੰ ਟਿਊਸ਼ਨ ਫੀਸ ਜਿਹੜੀ ਤੁਸੀਂ ਬੈਂਕ ਲੋਨ ਦੇ ਰਹੇ ਉਹ ਤੁਸੀਂ ਪੇ ਕਰਨਾ ਸ਼ੁਰੂ ਜੀ। ਤੇ ਤੁਸੀਂ ਕਹਿ ਰਹੇ ਹੋ ਬੈਂਕ ਲੋਨ ਕਰਵਾਉਣ ਦੀ ਗੱਲ ਕਰ ਰਹੇ, ਤਾਂ ਉਸ ਦੇ ਲਈ ਕਿਸ ਤਰ੍ਹਾਂ ਦੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੈ, ਕਿਸ ਤਰ੍ਹਾਂ ਦੇ, ਤਾਂ ਕਿ ਜਿਹੜੇ ਸਟੂਡੈਂਟਸ ਜਾਂ ਪੇਰੈਂਟਸ ਇਹ ਸ਼ੋਅ ਵੇਖ ਰਹੇ ਨੇ ਉਹ ਰਿਲੇਟ ਕਰ ਸਕਣ ਕਿ ਕੀ ਉਹ ਇਸ ਦੇ ਲਈ ਐਲੀਜੀਬਲ ਨੇ, ਕੀ ਉਹ ਇਸ ਲਈ ਵੀ ਅਪਲਾਈ ਕਰ ਸਕਣਗੇ? ਬਿਲਕੁਲ ਕਰ ਸਕਦੇ ਨੇ ਮੈਮ। ਦੇਖੋ ਲੋਨ ਦਾ ਕੀ ਹੈ ਜੀ, ਬੱਚੇ ਦੇ ਓਵਰਆਲ 6 ਮੈਨੂੰ ਚਾਹੀਦੇ ਨੇ, ਨਾਟ ਲੈਸ ਦੈਨ 5.5 ਇੱਕ ਚ ਹੋਣਗੇ। ਲੋਨ ਸਰਵਿਸਿਜ਼ ਹਮੇਸ਼ਾ ਬੈਂਕ ਪ੍ਰੋਵਾਈਡ ਕਰਦਾ ਹੈ ਔਨ ਦਾ ਬਿਹਾਫ ਆਫ ਟੌਪ ਰੈਂਕਿੰਗ ਕਾਲਜਸ, ਔਨ ਦਾ ਬਿਹਾਫ ਆਫ ਟੌਪ ਰੈਂਕਿੰਗ ਯੂਨੀਵਰਸਿਟੀਜ਼।
ਮੇਰੇ ਇਹ ਯੂਨੀਵਰਸਿਟੀਜ਼ ਇਹ ਕਾਲਜਸ ਮੇਰੇ ਨਾਲ ਡਾਇਰੈਕਟਲੀ ਕਨੈਕਟ ਨੇ ਜੀ ਮੈਂ ਇਨ ਕਾਲਜਸ ਦੇ ਵਿੱਚ ਬੱਚੇ ਦਾ ਆਫਰ ਲੈਟਰ ਅਪਲਾਈ ਕਰਾਂਗਾ ਆਫਰ ਲੈਟਰ ਜਦੋਂ ਹੀ ਆ ਗਿਆ ਜੀ ਮੈਂ ਕੋਈ ਆਪਦੀ ਕੰਸਲਟੈਂਸੀ ਫੀਸ ਤੁਹਾਡੇ ਤੋਂ ਚਾਰਜ ਨਹੀਂ ਕਰ ਰਿਹਾ ਮੇਰੇ ਵੀ ਹੈਡ ਅ ਟੈਪਸ ਵਿਦ ਸਮ ਬੈਂਕਸ ICICI HDFC ਮੈਂ ਉੱਥੇ ਮੈਨੇਜਰ ਦੇ ਕੋਲ ਤੁਹਾਨੂੰ ਭੇਜਾਂਗਾ ਤੁਸੀਂ ਜਾਓ ਉੱਥੇ ਆਪਣੇ ਐਜੂਕੇਸ਼ਨ ਸਰਵਿਸ ਡਾਕੂਮੈਂਟ ਦਿਖਾਓ ਜੀ ਡਾਕੂਮੈਂਟ ਦੇ ਉਸ ਤੋਂ ਬਾਅਦ ਕਿਹੜੇ ਕਾਲਜ ਤੋਂ ਤੁਹਾਡਾ ਆਫਰ ਲੈਟਰ ਆਇਆ ਤੁਸੀਂ ਉਹ ਉੱਥੇ ਜਮ੍ਹਾਂ ਕਰਾਉਣਾ ਹੈ ਸਬਮਿਟ ਫਿਰ ਉਹ ਕਾਲਜ ਦਾ ਲੈਵਲ ਰੈਂਕ ਚੈੱਕ ਕਰਦੇ ਨੇ ਵੀ ਕਾਲਜ ਦਾ ਰੈਂਕ ਕਿਹੜੇ ਲੈਵਲ ਤੇ ਕਾਲਜ ਆਉਂਦਾ ਹੈ ਜੇਕਰ ਤੁਹਾਡਾ ਕਾਲਜ ਹੈ ਤੁਹਾਡਾ ਯੂਨੀਵਰਸਿਟੀਜ਼ ਟਾਪ ਲੈਵਲ ਰੈਂਕਿੰਗ ਤੇ ਆਉਂਦੀ ਹੈ ਤਾਂ ਡੈਫੀਨਿਟਲੀ ਲੋਨ ਹੋਊਗਾ ਤੇ ਸਾਰੇ ਪੈਸੇ ਤੁਸੀਂ ਲੋਨ ਵੀਜ਼ਾ ਹੋਣ ਤੋਂ ਬਾਅਦ ਪੇ ਕਰਨੀ ਹੈ ਅਗਰ ਤੁਸੀਂ ਪੈਕੇਜ ਕਰਦੇ ਹੋ ਅਗਰ ਤੁਸੀਂ ਲੋਨ ਲੈ ਰਹੇ ਹੋ तो लोन ਦੇ ਵਿੱਚ ਤੁਸੀਂ ਸਟੱਡੀ ਕੰਪਲੀਟ ਕਰੋਗੇ ਉਸ ਤੋਂ ਬਾਅਦ ਤੁਸੀਂ ਸਾਰਾ ਪੈਸਾ ਤਾਰੋਗੇ ਬੈਂਕ ਜੀ ਬਿਲਕੁਲ ਤੇ ਇਸੇ ਤਰੀਕੇ ਨਾਲ ਅਗਰ ਤੁਹਾਡੇ ਵੀ ਮਨ ਵਿੱਚ ਕੋਈ ਸਵਾਲ ਨੇ ਤਾਂ ਤੁਸੀਂ ਸਕਰੀਨ ਤੇ ਜੋ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਹੈ ਇਸ ਉੱਪਰ ਕਾਲ ਕਰਕੇ ਸਵਾਲ ਦਾ ਜਵਾਬ ਲੈ ਸਕਦੇ ਹੋ ਸਿਰਫ ਸ਼ੋਅ ਦੇ ਵਿੱਚ ਹੀ ਨਹੀਂ ਸ਼ੋਅ ਖਤਮ ਹੋਣ ਤੋਂ ਬਾਅਦ ਵੀ ਤੁਸੀਂ ਇਸੇ ਨੰਬਰ ਦੇ ਉੱਪਰ ਕਾਲ ਕਰਕੇ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਤੇ ਫਿਲਹਾਲ ਗੱਲ ਉਹਨਾਂ ਸਟੂਡੈਂਟਸ ਦੀ ਤਾਂ ਜ਼ਰੂਰ ਕਰਨੀ ਹੈ ਕਿ ਉਹਨਾਂ ਸਟੂਡੈਂਟਸ ਜਿਵੇਂ ਮੈਂ ਬਾਰ-ਬਾਰ ਗੱਲ ਕਰ ਰਹੀ ਹਾਂ ਜਿਨ੍ਹਾਂ ਦੇ ਓਵਰਆਲ 5.5 ਨੇ ਜਾਂ 5 ਨੇ ਤਾਂ ਉਹਨਾਂ ਦੇ ਲਈ ਅੱਜ ਦੇ ਟਾਈਮ ਵਿੱਚ ਆਪਾਂ ਕਿਹੜੀ ਕੰਟਰੀ ਬੈਸਟ ਆਪਸ਼ਨ ਮੰਨ ਸਕਦੇ ਹਾਂ ਤਾਂ ਕਿ ਕਿਉਂਕਿ ਬਾਰ-ਬਾਰ ਕਈ ਸਟੂਡੈਂਟਸ ਉੱਥੇ ਅਪਲਾਈ ਕਰਦੇ ਨੇ ਜਿੱਥੇ ਫਿਰ ਉਹਨਾਂ ਦੀ ਰਿਜੈਕਸ਼ਨ ਆ ਜਾਂਦੀ ਦੇਖੋ ਮੈਡਮ ਅਗਰ ਤੁਸੀਂ ਇੱਕ ਵਾਰ ਫਾਈਲ ਲਵਾ ਬੈਠੇ ਹੋ 2 ਵਾਰ ਲਵਾ ਬੈਠੇ ਹੋ ਤੀਜੀ ਵਾਰ ਲਵਾ ਬੈਠੇ ਹੋ ਫਿਰ ਤੁਸੀਂ ਚੌਥੇ ਏਜੰਟ ਦੇ ਕੋਲ ਜਾਂਦੇ ਹੋ ਕਿ ਸਰ ਮੈਂ 3 ਰਿਫਿਊਜ਼ਲ ਆ ਗਈ ਉਹ ਤੁਹਾਨੂੰ ਬੈਠਦੇ ਹੀ ਟੇਬਲ ਤੇ ਕਹਿੰਦਾ ਮੈਂ ਵੀਜ਼ਾ ਕਰਵਾ ਦਾਂਗਾ ਬਟ ਕੀ ਉਹਨੇ ਤੁਹਾਡੀ ਪੁਰਾਣੀ ਹਿਸਟਰੀ ਜਾਣਨੀ ਹੈ ਕਿ ਤੁਸੀਂ 3 ਵਾਰ ਰਿਫਿਊਜ਼ਡ ਹੋ ਤੁਸੀਂ ਕੀ ਡਾਕੂਮੈਂਟ ਲਾਈ ਸੀ ਕਿਸ ਵਜ੍ਹਾ ਨਾਲ ਤੁਹਾਡਾ ਵੀਜ਼ਾ ਰਿਫਿਊਜ਼ ਹੋ ਰਿਹਾ ਹੈ ਹਨਾ ਐਮਬੈਸੀ ਆਪਾਂ ਕਹਿੰਦੇ ਨੇ ਐਮਬੈਸੀ ਨੇ ਰਿਫਿਊਜ਼ ਕਰਤਾ ਐਮਬੈਸੀ ਕਿਸੇ ਵਜ੍ਹਾ ਦੇ ਨਾਲ ਰਿਫਿਊਜ਼ ਕਰਦੀ ਹੈ ਅਦਰਵਾਈਜ਼ ਅਗਰ ਤੁਹਾਡੀ ਫਾਈਲ ਪ੍ਰੋਪਰਲੀ ਸਹੀ ਤਰੀਕੇ ਦੇ ਨਾਲ ਲੱਗੀ ਹੈ ਲਾਅ ਸਰਵਿਸਿਜ਼ ਇੱਕ ਲੈ ਕੇ ਜਾਓ ਜੀ ਅਗਰ ਤੁਸੀਂ ਰਿਜੈਕਸ਼ਨ ਫੇਸ ਕਰ ਰਹੇ ਹੋ ਤੁਸੀਂ ਮੇਰੇ ਆਫਿਸ ਵਿਜ਼ਿਟ ਕਰੋ ਮੈਂ ਤੁਹਾਨੂੰ ਲਾਅ ਸਰਵਿਸਿਜ਼ ਪ੍ਰੋਵਾਈਡ ਕਰਾਉਂਗਾ ਲਾਅ ਸਰਵਿਸਿਜ਼ ਦੇ ਵਿੱਚ ਕੀ ਹੈ ਮੈਡਮ ਮੇਰੀ ਸਾਰੀ ਫਾਈਲ ਪ੍ਰਿਪੇਅਰ ਕਰਦਾ ਲਾਅਰ ਅਗਰ ਤੁਸੀਂ ਕੈਨੇਡਾ ਕਰ ਰਹੇ ਹੋ ਤਾਂ ICCRC ਮੈਂਬਰ ਦੇ ਥਰੂ ਫਾਈਲ ਲੌਗਇਨ ਹੋਗੀ ਅਗਰ ਤੁਸੀਂ ਆਸਟ੍ਰੇਲੀਆ ਫਾਈਲ ਲੌਗਇਨ ਕਰ ਰਹੇ ਹੋ ਤਾਂ ਮਾਰਾ ਏਜੰਟ ਦੀ ਲਾਅਰ ਸਰਵਿਸਿਜ਼ ਦਊਂਗਾ ਤੁਹਾਡੀ ਸਾਰੀ ਫਾਈਲ ਉਧਰ ਦੇ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਲਾਅਰ ਫਾਈਲ ਲੌਗਇਨ ਕਰੂਗਾ ਜੇਕਰ ਤੁਹਾਡਾ ਲਾਅਰ ਸਰਵਿਸ ਲੈ ਕੇ ਜਾਂਦੇ ਹੋ ਉੱਥੇ PR ਤੱਕ ਵੀ ਮੇਰਾ ਲਾਅਰ ਨੇ ਪ੍ਰੋਪਰਲੀ ਤੁਹਾਨੂੰ ਸਪੋਰਟ ਕਰਨਾ ਹੈ ਹੁਣ ਤੁਹਾਡਾ ਕੁਐਸਚਨ ਹੈ ਕਿ ਓਵਰਆਲ 5.5 ਤੇ ਵੀਜ਼ਾਸ ਆਉਂਦੇ ਹੈ ਬਿਲਕੁਲ ਆਉਂਦੇ ਨੇ ਮੈਮ ਅਗਰ ਆਪਾਂ ਪਿਛਲੇ 2-3 ਮਹੀਨਿਆਂ ਦੀ ਗੱਲ ਕਰੀਏ ਜਿਹੜੇ ਰੀਸੈਂਟਲੀ ਚੱਲ ਰਹੇ ਨੇ ਮੇਰੇ ਕੋਲ ਓਵਰਆਲ 5.5 ਤੇ 550-600 ਵੀਜ਼ਾਸ ਮੈਂ ਗੈਟ ਕਰ ਚੁੱਕਿਆ ਠੀਕ ਹੈ ਇਹ ਆਸਟ੍ਰੇਲੀਆ ਦੇ ਨੇ ਵੀ ਇਹ ਕੈਨੇਡਾ ਤੇ UK ਦੇ ਨੇ ਵੀ ਵੀਜ਼ਾ ਤੇ ਕਦੇ ਵੀ ਵੀਜ਼ਾ ਬੈਂਡ ਸਕੋਰ ਤੇ ਨਹੀਂ ਆਉਂਦਾ ਵੀਜ਼ਾ ਆਫੀਸਰ ਇਹ ਦੇਖਦਾ ਕਿ ਫਾਈਲ ਦੇ ਵਿੱਚ ਕਾਲਜ ਦੀ ਰਿਕੁਆਇਰਮੈਂਟ ਪੂਰੀਆਂ ਹੈਗੀਆਂ ਕਾਲਜ ਦੀ ਰਿਕੁਆਇਰਮੈਂਟ ਪੂਰੀ ਹੋ ਗਈ ਕਿ ਐਮਬੈਸੀ ਦੇ ਵਿੱਚ ਡਾਕੂਮੈਂਟਸ ਜਿਹੜੇ ਬੱਚੇ ਨੇ ਲਾਏ ਨੇ ਉਹ ਜਰਮਨ ਡਾਕੂਮੈਂਟਸ ਨੇ ਤਾਂ ਐਮਬੈਸੀ ਡੈਫੀਨਿਟਲੀ ਰਿਜ਼ਲਟ ਦਊਗੀ ਜੀ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ ਹੈਲੋ ਜੀ ਮੈਂ ਇੱਥੇ ਪੁੱਛਣਾ ਚਾਹੂੰਗੀ ਲਾਈਕ ਤੁਸੀਂ ਹੁਣ ਗੱਲ ਕੀਤੀ ਕਿ ਇਹ 5 ਓਵਰਆਲ ਜਾਂ 5.5 ਓਵਰਆਲ ਵਾਲਿਆਂ ਦਾ ਤੁਸੀਂ ਕਹਿ ਰਹੇ ਹੋ ਕੈਨੇਡਾ ਦਾ ਵੀ ਜੋ ਹੈ ਲੱਗ ਸਕਦਾ ਕਿ ਅਜਿਹੇ ਬੈਂਡ ਸਕੋਰ ਦੇ ਲਈ ਕੁਝ ਸਿਲੈਕਟਿਵ ਯੂਨੀਵਰਸਿਟੀਜ਼ ਜਾਂ ਕਾਲਜਸ ਹੁੰਦੀਆਂ ਕਿ ਰੂਟੀਨ ਚ ਜਿੱਥੇ ਆਮ ਸਟੂਡੈਂਟਸ ਨਹੀਂ ਮੈਮ ਆਪਾਂ ਗੱਲ ਕਰਦੇ ਹਾਂ ਜੀ ਦੇਖੋ ਆਪਾਂ ਕਹਿ ਦਈਏ ਕਿ 5.5 ਤੇ ਮੈਂ ਹੰਬਰ ਸ਼ੈਰਿਡਨ ਦਵਾ ਦਾਂਗਾ ਦੈਟਸ ਅ ਫੇਕ ਕਮਿਟਮੈਂਟ ਦ ਪਲੱਸ ਪੁਆਇੰਟ ਇਜ਼ ਕਿ ਕਾਲਜ ਜਿਹੜਾ ਹੈਗਾ ਉਹ DLA ਅਪਰੂਵਡ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਸਾਨੂੰ ਵੀਜ਼ਾ ਜੇ ਵੀਜ਼ਾ ਹੈਗਾ ਤਾਂ ਦਿੱਲੀ 에ਅਰਪੋਰਟ ਵਾਲਿਆਂ ਨੇ ਐਂਟਰੀ ਦੇਣੀ ਜੇ ਵੀਜ਼ਾ ਹੀ ਨਹੀਂ ਆਪਣੇ ਕੋਲ ਫਿਰ ਕੈਨੇਡਾ ਬਰੈਂਪਟਨ ontario ਇਹ ਤਾਂ ਖਿਆਲਾਂ ਦੀ ਗੱਲ ਹੈ ਮੈਡਮ ਬੈਂਡ ਨੂੰ ਹੁਣ ਆਪਾਂ ਕਹਿ ਦਈਏ ਕਿ ਜਿਵੇਂ ਕੈਨੇਡਾ ਬੈਠੇ ਤਾਂ ਮੈਂ ਇੰਡੀਆ ਚ ਹੀ ਹਾਂ ਦੇਖੋ ਪ੍ਰੋਫਾਈਲ ਸਹੀ ਤਰੀਕੇ ਨਾਲ ਲੌਗਇਨ ਹੋਣੀ ਚਾਹੀਦੀ ਤੁਹਾਡੇ ਓਵਰਆਲ 5.5 ਨੇ ਜੀ ਓਵਰਆਲ 6 ਨੇ ਤੁਸੀਂ ਸਹੀ ਚੰਗੀ ਕਾਲਜ ਲਓ ਚੰਗੀ ਯੂਨੀਵਰਸਿਟੀਜ਼ ਲਓ ਯੂਨੀਵਰਸਿਟੀਜ਼ ਦੇ ਕ੍ਰਾਈਟੇਰੀਆ ਜਾਂ ਕਾਲਜ ਦਾ ਕ੍ਰਾਈਟੇਰੀਆ ਫੁੱਲਫਿਲ ਮੀਟ ਕਰੋ ਸਪੋਜ਼ ਟੂ ਵੀ ਅਗਰ ਆਪਾਂ ਬੱਚਾ ਵਿਦਆਊਟ ਆਇਲਸ ਵੀ ਅਗਰ ਕੈਨੇਡਾ ਜਾਣਾ ਚਾਹੁੰਦਾ ਹੈ ਮੇਰੇ ਕੋਲ ਬਿਲਕੁਲ ਮੋਸਟ ਵੈਲਕਮ ਹੈ ਜੀ ਵਿਦਆਊਟ ਆਇਲਸ ਤੁਸੀਂ 2016 ਪਾਸ ਆਊਟ ਤੋਂ 2017 ਤੋਂ ਟਿਲ ਨਾਓ ਤੱਕ ਤੁਹਾਡਾ ਗੈਪ ਹੈਗਾ ਹੈ ਜੀ ਬਟ ਸਾਡੇ ਕੋਲ ਗੈਪ ਦੀ ਜਸਟੀਫਿਕੇਸ਼ਨ ਹੈਗੀ ਹੈ ਸਟੱਡੀਜ਼ ਤੋਂ ਤੁਹਾਡਾ ਗੈਪ ਕਨੈਕਟੀਵਿਟੀ ਘਟ ਚੁੱਕੀ ਹੈ ਬਟ ਗੈਪ ਜਸਟੀਫਿਕੇਸ਼ਨ ਤੁਹਾਡੇ ਕੋਲ ਪ੍ਰੋਪਰ ਹੈ ਮੈਂ ਵਿਦਆਊਟ ਆਇਲਸ ਬੱਚਾ ਬਾਹਰ ਭੇਜੂੰਗਾ ਜੀ ਇੱਕ ਫਾਊਂਡੇਸ਼ਨ ਕੋਰਸ ਲਾਉਂਗਾ ਇਹ 6 ਮਹੀਨੇ ਦਾ ਕੋਰਸ ਲੱਗ ਜਾਊਗਾ ਉਸ ਤੋਂ ਬਾਅਦ ਬੱਚੇ ਨੂੰ ਡਾਇਰੈਕਟਲੀ ਡਿਗਰੀ ਦੇ ਵਿੱਚ ਐਡਮਿਸ਼ਨਸ ਹੋਣਗੇ ਕਾਲਰ ਲਾਈਨ ਤੇ ਨੇ ਸਾਡੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਗੁੱਡ ਈਵਨਿੰਗ ਦਿਸ ਸਾਈਡ ਪ੍ਰਿਯੰਕਾ ਜੀ ਠੀਕ ਹੈ ਜੀ ਪ੍ਰਿਯੰਕਾ ਜੀ ਕੀ ਸਵਾਲ ਹੈ ਆਈ ਵਾਂਟ ਟੂ ਨੋ ਆਸਟ੍ਰੇਲੀਆ ਫਲਾਈਟਸ ਕਦੋਂ ਓਪਨ ਹੋਣਗੀਆਂ ਜੀ ਆਸਟ੍ਰੇਲੀਆ ਓਪਨ ਹੋ ਚੁੱਕਿਆ ਹੈ ਜੀ ਬਿਲਕੁਲ ਆਸਟ੍ਰੇਲੀਆ ਓਪਨ ਹੋ ਚੁੱਕਿਆ ਮੈਡਮ ਆਸਟ੍ਰੇਲੀਆ ਦੀ ਆਪਾਂ ਅੱਜ ਖਾਸ ਸ਼ੋਅ ਤੇ ਗੱਲ ਕਰਦੇ ਹਾਂ ਜੀ ਜਿਨ੍ਹਾਂ ਦੇ ਕੋਲ ਆਪ ਦੇ ਫੰਡ ਆਸਟ੍ਰੇਲੀਆ ਦੇ ਵਿੱਚ ਬੱਚਾ ਜਾਂ UK ਚ ਬੰਦਾ ਕਿਉਂ ਨਹੀਂ ਜਾਂਦਾ ਕਿਉਂਕਿ ਉੱਥੇ ਫੰਡਸ ਨਹੀਂ ਹੁੰਦੇ ਬੱਚੇ ਦੇ ਕੋਲ ਮੈਂ ਫੰਡ ਸਰਵਿਸਿਜ਼ ਪ੍ਰੋਵਾਈਡ ਕਰੂੰਗਾ ਜੇ ਅਗਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਚ 18 ਤੋਂ 20 ਲੱਖ ਰੁਪਏ ਦੇ ਫੰਡ ਚਾਹੀਦੇ ਨੇ ਮੈਂ ਪੈਕੇਜ ਕਰੋ ਜੀ ਤੁਸੀਂ ਮੇਰੇ ਨਾਲ
ਸਾਡੇ ਕੋਲ ਜਿਹਦੇ ਕੋਲ ਮੈਡਮ 20 ਲੱਖ ਦੇ ਪੈਕੇਜ ਨੇ 18 ਲੱਖ ਦੇ ਪੈਕੇਜ ਨਹੀਂ ਹੈ ਉਹ ਆਫਟਰ ਵੀਜ਼ਾ ਵੀ ਕੀ ਪੇ ਕਰ ਲਊਗਾ। ਬਿਲਕੁਲ ਬਿਲਕੁਲ ਠੀਕ ਹੈ ਜੇਕਰ ਤੁਹਾਡੇ ਕੋਲ ਪੈਕੇਜ ਲਈ ਇਨਫ ਅਮਾਉਂਟ ਹੈਗਾ ਹੈ ਜੀ ਤੁਸੀਂ 12 13 ਲੱਖ 2 ਲੱਖ ਤੋਂ ਲੈ ਕੇ 25 ਲੱਖ ਤੱਕ ਦੇ ਵਿੱਚ ਤੁਹਾਡੀ ਰੇਂਜ ਹੈਗੀ ਹੈ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਤੁਸੀਂ ਮੇਰੇ ਆਫਿਸ ਵਿਜ਼ਿਟ ਕਰੋ ਮੈਂ ਸਾਰੇ ਫੰਡ ਵੀ ਆਪਦੇ ਕੋਲੋਂ ਕਰਾਉਂਗਾ ਟਿਊਸ਼ਨ ਫੀਸ ਵੀ ਆਫਟਰ ਵੀਜ਼ਾ ਲਊਂਗਾ ਉਹਦੇ ਚ ਮੈਡਮ ਬੱਚਾ ਵੀ ਸਿਕਿਉਰ ਹੋ ਜਾਂਦਾ ਕਿ ਜਦੋਂ ਵੀਜ਼ਾ ਆਉਂਦਾ ਤਾਂ ਮੈਂ ਪੈਸੇ ਦੇਣੇ ਹੈ। ਜੀ 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 ਬਿਲਕੁਲ ਬਿਲकुल ਸਹੀ ਕਿਹਾ ਤੁਸੀਂ ਕੋਈ ਡਾਊਟ ਜੋ ਹੈ ਮਨ ਵਿੱਚ ਨਹੀਂ ਰਹਿੰਦਾ ਫਿਰ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਗੁਰਜੀਤ ਬੋਲ ਰਿਹਾ ਜਲੰਧਰ ਤੋਂ 5.5 ਬੈਂਡ ਨੇ ਜੀ ਛੋਟੇ ਬ੍ਰਦਰ ਦੇ। ਅੱਛਾ ਜੀ ਕੀ ਕੁਆਲੀਫਿਕੇਸ਼ਨ ਕੀ ਹੈ? 12th ਹੈ ਜੀ ਉਹਨਾਂ ਦੀ 2020 ਜੀ ਜੀ ਕਿੰਨੀ ਪਰਸੈਂਟੇਜ ਹੈ? 80% ਹੈ ਜੀ। ਕਿੱਥੇ ਅਪਲਾਈ ਕਰਨਾ ਚਾਹੁੰਦੇ ਆ? ਕੈਨੇਡਾ ਜੀ ਠੀਕ ਹੈ ਨਹੀਂ ਬਿਲਕੁਲ ਬ੍ਰਦਰ ਹੋ ਸਕਦਾ ਇਸ ਬੱਚੇ ਦਾ ਚੰਗੀ ਪਰਸੈਂਟੇਜ ਹੈ ਬੱਚੇ ਦੇ 80% ਮਾਰਕਸ ਨੇ ਬਟ ਕਿਤੇ ਨਾ ਕਿਤੇ ਬੱਚਾ ਲੈ ਕਿਤੇ ਕਹਾਗਾ ਕਿ ਮੇਰੇ ਓਵਰਆਲ 5.5 ਆ ਗਏ। ਦੇਖੋ ਪਹਿਲੀ ਗੱਲ ਹੈ ਕਿ ਸਰਕਾਰੀ ਕਾਲਜ ਮੈਂ ਕਹਿ ਕੇ ਸੇਲ ਆਊਟ ਨਹੀਂ ਕਰਾਂਗਾ ਜੀ ਸਰਕਾਰੀ ਕਾਲਜ ਦਾ ਆਫਰ ਲੈਟਰ ਮੰਗਾ ਦਾਂਗਾ ਬੱਚਾ ਡੀਐਲਆਈ ਅਪਰੂਵਡ ਕਾਲਜ ਦੇ ਵਿੱਚ ਭੇਜਾਂਗਾ ਬੱਚੇ ਦਾ ਅੰਟੈਰੀਓ ਹੋ ਸਕਦਾ 5.5 ਬੈਂਡ ਸਕੋਰ ਤੇ ਟੋਰਾਂਟੋ ਹੋ ਸਕਦਾ ਮੌਂਟਰੀਅਲ ਹੋ ਸਕਦਾ ਮੌਂਟਰੀਅਲ 'ਚ ਪਲੱਸ ਪੁਆਇੰਟ ਕੀ ਹੈ ਮੈਡਮ ਮੌਂਟਰੀਅਲ ਸਾਡੇ ਓਵਰਆਲ 5 ਬੈਂਡ ਸਕੋਰ ਆ ਗਏ ਉਸ ਚੀਜ਼ ਨੂੰ ਐਕਸੈਪਟ ਕਰੋ ਜੀ ਮੇਰੇ 5.5 ਆ ਗਏ ਮੈਂ 3 ਵਾਰ ਪੇਪਰ ਦੇ ਲਿਆ ਮੈਂ 4 ਵਾਰ ਦੇ ਲਿਆ ਮੇਰੇ ਬੈਂਡ ਸਕੋਰ ਹੁਣ ਵੱਧ ਹੀ ਨਹੀਂ ਰਹੇ ਪਰ ਮੈਂ ਬਾਹਰ ਜਾ ਰਿਹਾ ਮੈਂ ਆਪਣੀ ਫਿਊਚਰ ਦੇ ਸੈਟਲਮੈਂਟ ਲਈ ਜਾ ਰਿਹਾ ਮੈਂ ਬੱਚੇ ਨੂੰ ਮੌਂਟਰੀਅਲ ਭੇਜੂੰਗਾ ਵੀ ਜਿਹੜਾ ਡਾਇਰੈਕਟਲੀ ਟੈਪਸ ਦੇ ਟਾਪ ਕਾਲਜਸ 5.5 ਤੇ ਕਾਲਜ ਐਕਸੈਪਟ ਕਰਦਾ ਮੌਂਟਰੀਅਲ ਦਾ ਪਲੱਸ ਪੁਆਇੰਟ ਕੀ ਹੈ ਪਹਿਲੇ ਦਿਨ ਤੋਂ ਵਰਕ ਪਰਮਿਟ ਹੈ ਜੀ ਓਕੇ ਚਾਹੇ ਉਹ ਕਾਲਜ ਗਵਰਨਮੈਂਟ ਹੈ ਚਾਹੇ ਉਹ ਕਾਲਜ ਪ੍ਰਾਈਵੇਟ ਹੈ ਮੌਂਟਰੀਅਲ ਦੇ ਰੂਲਸ ਐਂਡ ਰੈਗੂਲੇਸ਼ਨ ਕਿਊਬਿਕ ਦੇ ਅਲੱਗ ਰਹਿੰਦੇ ਨੇ ਉਹ ਪਹਿਲੇ ਦਿਨ ਤੋਂ ਵਰਕ ਪਰਮਿਟ ਦੇਊਗਾ ਤੇ ਪੀਆਰ ਦੇ ਪਲੱਸ ਪੁਆਇੰਟ ਕਿਤੇ ਨਾ ਕਿਤੇ ਜਲਦੀ ਨੇ ਹੋਤੇ ਅਗਰ ਬੱਚਾ ਓਨਟਾਰੀਓ ਟੋਰਾਂਟੋ ਜਾਣਾ ਚਾਹੁੰਦਾ ਹੈ ਜੀ ਤਾਂ ਬੱਚਾ ਸਭ ਤੋਂ ਪਹਿਲਾਂ ਮੇਨਲੀ ਪ੍ਰੈਫਰੈਂਸ ਰੱਖੇ ਕਿ ਵੀਜ਼ਾ ਹੋਣਾ ਚਾਹੀਦਾ ਹੈ ਆਫਟਰ ਗੈਟਿੰਗ ਨਾ ਵੀਜ਼ਾ ਉਧਰ ਜਾ ਕੇ ਤੁਸੀਂ ਕਾਲਜ ਚੇਂਜ ਕਰ ਸਕਦੇ ਹੋ ਤੁਹਾਡਾ ਟਿਊਸ਼ਨ ਫੀਸ ਦਾ ਲਾਸ ਨਹੀਂ ਹੋਣ ਦਊਂਗਾ ਠੀਕ ਹੈ ਤੁਸੀਂ ਓਨਟਾਰੀਓ ਜਾਓ ਤੁਸੀਂ ਟੋਰਾਂਟੋ ਜਾਓ ਤੁਸੀਂ ਮਿਲਟਨ ਹੈਮਿਲਟਨ ਕਿਚਨਰੀ ਬ੍ਰੈਂਪਟਨ ਕਿੱਥੇ ਵੀ ਜਾਂ ਵੈਂਕੂਵਰ ਸਾਈਡ ਸਰੀ ਸਾਈਡ ਵੀ ਤੁਸੀਂ ਜਾਣਾ ਚਾਹੁੰਦੇ ਹੋ 5.5 ਤੇ ਵੀਜ਼ਾਸ ਅਪਲਾਈ ਕਰੋ ਚੰਗਾ ਰਿਜ਼ਲਟ ਆ ਰਿਹਾ ਹੈ ਤੇ ਪੈਕੇਜ ਕਰੋ ਅਗਰ ਤੁਹਾਡੇ ਓਵਰਆਲ 5.5 ਵੀ ਹੈਗੇ ਤੁਸੀਂ ਪੈਕੇਜ ਮੇਰੇ ਨਾਲ ਕਰੋ ਜੀ ਮੈਂ ਸਾਰੀ ਪੇਮੈਂਟ ਆਫਟਰ ਵੀਜ਼ਾ ਲਵਾਂਗਾ 5.5 ਤੇ ਚੰਗਾ ਰਿਜ਼ਲਟ ਦੇ ਪਾਉਂਗਾ ਡੈਫੀਨਿਟਲੀ ਜੀ 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 ਬਿਲਕੁਲ ਤੇ ਸਾਰੇ ਸਟੂਡੈਂਟਸ ਜੋ ਹੈ ਹਮੇਸ਼ਾ ਸਾਡੇ ਇਸ ਸ਼ੋਅ ਨੂੰ ਗੌਰ ਨਾਲ ਸੁਣਦੇ ਆ ਤੇ ਵੇਖਦੇ ਨੇ ਇਸ ਲਈ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੀ ਵੀ ਜਾਣਕਾਰੀ ਅਸੀਂ ਇਸ ਸ਼ੋਅ ਵਿੱਚ ਲੈ ਕੇ ਆਨੇ ਆ ਤੁਸੀਂ ਉਸ ਜਾਣਕਾਰੀ ਦਾ ਜ਼ਰੂਰ ਫਾਇਦਾ ਚੱਕਦੇ ਹੋ ਕਾਲਸ ਲਗਾਤਾਰ ਆ ਰਹੀਆਂ ਲੇਕਿਨ ਸਾਡੇ ਕੋਲ ਸਮਾਂ ਹੋਰ ਜੋ ਹੈ ਨਹੀਂ ਬਚਿਆ ਹੈ ਤੇ ਇਸ ਦੇ ਨਾਲ ਹੀ ਮੈਂ ਜ਼ਰੂਰ ਤੁਹਾਡਾ ਵੀ ਧੰਨਵਾਦ ਕਰਨਾ ਚਾਹੂੰਗੀ ਕਿ ਤੁਸੀਂ ਸਾਡੇ ਸ਼ੋਅ ਵਿੱਚ ਆ ਕੇ ਨੀ ਖਾਸ ਜੋ ਹੈ ਗੱਲਾਂ ਖਾਸ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਤੁਹਾਨੂੰ ਮਿਲਵਾਨੇ ਆ ਉਹਨਾਂ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੇ ਸੈਟਲਿੰਗ ਅਬਰੋਡ ਸਰਵਿਸਿਜ਼ ਤੋਂ ਆਪਣਾ ਜੋ ਹੈ ਵੀਜ਼ਾ ਪ੍ਰੋਸੈਸ ਕਰਵਾਇਆ ਸੀ ਅੱਜ ਵੀਜ਼ਾਸ ਉਹਨਾਂ ਦੇ ਹੱਥ ਵਿੱਚ ਨੇ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਜਾਣਦੇ ਆ ਉਹਨਾਂ ਦੀ ਹੀ ਜ਼ੁਬਾਨੀ ਮੇਰੇ ਤੋਂ ਵੀ ਸੇਮ ਕਿ ਮੇਰੇ ਤੋਂ ਨਹੀਂ ਪਤਾ ਲੱਗ ਰਿਹਾ ਸੀ ਕਿੱਥੋਂ ਵਿਜ਼ਿਟ ਕਰਾਂ ਕਿਹਨੂੰ ਦੱਸਾਂ ਕਿਤੋਂ ਪੁੱਛਾਂ ਕਿ ਮਤਲਬ ਕਿਵੇਂ ਆਪਣਾ ਐਕਸਪੀਰੀਅੰਸ ਦੱਸਾਂ ਕਿਸੇ ਨੂੰ ਕਿ ਮੈਂ ਜਾਣਾ ਚਾਹੁੰਦੀ ਹਾਂ ਬਾਹਰ ਤੇ ਮੈਨੂੰ ਪਤਾ ਲੱਗਿਆ ਸਰ ਬਾਰੇ ਤੇ ਮੈਂ ਇਹਨਾਂ ਕੋਲ ਆ ਕੇ ਵਿਜ਼ਿਟ ਕੀਤਾ ਤੇ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਹੈ ਤੇ ਮੈਂ ਐਮਏ ਕੀਤੀ ਹੋਈ ਹੈ ਤੇ ਓਵਰਆਲ ਸਾਡੇ ਬੈਂਡ ਆਏ ਸੀ ਬਟ ਫਿਰ ਵੀ ਮੇਰਾ ਵੀਜ਼ਾ ਨਹੀਂ ਸੀ ਲੱਗ ਰਿਹਾ ਤੇ ਮੈਂ ਸਰ ਹੁਣਾਂ ਨਾਲ ਸਲਾਹ ਕੀਤੀ ਤੇ ਫਿਰ ਹੁਣ ਮੇਰਾ ਵੀਜ਼ਾ ਲੱਗ ਚੁੱਕਾ है ਤੇ ਮੈਂ बिना पैसे ਦਿੱਤੇ ਹੋਏ My name is पवनदीप कौर मैंने बीएड की और मुझे डाउट मेरा ना 6 बैंड आए थे पहले और फिर 5.5 बैंड आए थे और मुझे डाउट था कि मेरा वीज़ा आएगा या नहीं मेरे 15 डेज में 45 डेज में मेरा वीज़ा आ गया था मेरा नाम एकम है मैं यूके ਲਈ ਅਪਲਾਈ ਕਰਨਾ ਚਾਹੁੰਦਾ ਸੀ ਵਿਦਆਊਟ ਆਇਲਸ ਬਹੁਤ ਸਾਰੇ ਇਹਨਾਂ ਦੇ ਪੇਜ ਤੇ ਦੇਖਿਆ ਬਹੁਤ ਸਾਰੇ ਸੈਲੀਬ੍ਰਿਟੀਜ਼ ਸੀ ਉਹ ਕਹਿ ਰਹੇ ਸੀ यूके ਲਈ ਅਪਲਾਈ ਕਰ ਸਕਦੇ ਹੋ ਵਿਦਆਊਟ ਆਇਲਸ ਤਾਂ ਮੈਂ ਇਹਨਾਂ ਨੂੰ ਅਪਲਾਈ ਕੀਤਾ ਤੇ ਬਿਲਕੁਲ ਇਹਨਾਂ ਨੇ ਮੇਰੇ ਕੋਲ ਅਪਲਾਈ ਕੀਤਾ ਬਹੁਤ ਸਾਰੇ ਸੈਲੀਬ੍ਰਿਟੀਜ਼ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਇਹ ਕਿਹਾ ਸਲਾਹ ਜ਼ਰੂਰ ਲਓ ਤਾਂ ਮੈਂ ਵਾਰ-ਵਾਰ ਇਹ ਕਹਿਣਾ ਕਿ ਸਲਾਹ ਦਾ ਕੋਈ ਮੁੱਲ ਨਹੀਂ ਹੈ ਬਟ ਸਲਾਹ ਅਨਮੋਲ ਹੈ ਕਿ ਇੱਕ ਸਲਾਹ ਤੁਹਾਡੀ ਦਸ਼ਾ ਔਰ ਦਿਸ਼ਾ ਬਦਲ ਸਕਦੀ ਹੈ ਦੋਨੋਂ ਆਈਲੈਟ ਵਿਦਆਊਟ ਆਈਲੈਟ ਸੀਗੇ ਤੇ ਅਸੀਂ ਵੀਰ ਜੀ ਦੀ ਐਡ ਦੇਖੀ ਤੇ ਅਸੀਂ ਇਹਨਾਂ ਕੋਲ ਆਏ ਤੇ ਸਾਨੂੰ ਬਹੁਤ ਵਧੀਆ ਇਹਨਾਂ ਨੇ ਇੱਕ ਆਨਸਰ ਦਿੱਤਾ ਤੇ ਸਾਨੂੰ ਬਹੁਤ ਵਧੀਆ ਲੱਗਿਆ ਸਾਨੂੰ ਹੁਣ ਸਾਡਾ ਵੀਜ਼ਾ ਲੱਗ ਕੇ ਆ ਚੁੱਕਿਆ ਥੈਂਕ ਯੂ ਸਰ ਥੈਂਕ ਯੂ ਐਕਸਪੀਰੀਅੰਸ ਮੇਰਾ ਬਾਹਰ ਜਾਣ ਬਾਰੇ ਔਰ ਸਭ ਤੋਂ ਮੇਨ ਗੱਲ ਇਹ ਹੈ ਕਿ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਆਪਾਂ ਮੈਰਿਜ ਕਰਦੇ ਹਾਂ ਇਕੱਠੇ ਰਹਿਣ ਦੀ ਕਰਦੇ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡਾ ਵੀਜ਼ਾ ਇਕੱਠੇ ਆਇਆ ਤਾਂ ਅਸੀਂ ਇਕੱਠੇ ਹੀ ਰਹਾਂਗੇ ਫੈਮਿਲੀ ਬਿਲਕੁਲ ਇਕੱਠਾ ਬੰਦਾ ਸਟਰਗਲ ਵੀ ਇਕੱਠੇ ਕਰ ਸਕਦਾ ਔਰ ਦਿਨ ਸਾਰੇ ਇਕੱਠੇ ਬਿਤਾ ਸਕਦਾ ਤੇ ਇਹਨਾਂ ਨੂੰ ਮੈਂ ਹਮੇਸ਼ਾ ਸ਼ੁਭਕਾਮਨਾਵਾਂ ਦਿੰਦਾ ਕਿ ਉੱਥੇ ਜਾ ਕੇ ਇਹ ਆਪ ਦਾ ਅੱਛੀ ਤਰ੍ਹਾਂ ਸੈਟਲ ਹੋ ਪਾਏ ਬਹੁਤ ਟਾਈਮ ਤੋਂ ਆਸਟ੍ਰੇਲੀਆ ਵੱਲੋਂ ਅਸੀਂ ਬਹੁਤ ਨਿਰਾਸ਼ ਚੱਲ ਰਹੇ ਸੀ ਕਿ ਆਸਟ੍ਰੇਲੀਆ ਵਿੱਚ ਟਰੈਵਲਿੰਗ ਸ਼ੁਰੂ ਨਹੀਂ ਹੋਣ ਜਾ ਰਹੀ
ਤਾਂ ਅੱਜ ਜੋ ਗੱਲ ਮੈਂ ਕਰਾਂਗਾ ਖਾਸ ਆਸਟ੍ਰੇਲੀਆ ਵਾਸਤੇ ਕਰਾਂਗਾ, ਕਿਉਂਕਿ ਆਸਟ੍ਰੇਲੀਆ ਦੀ ਟਰੈਵਲਿੰਗ ਦਸੰਬਰ ਤੋਂ ਸ਼ੁਰੂ ਹੈ। ਅੱਜ 2 ਵੀਜ਼ਾਜ਼ ਅਪਰੂਵ ਹੋਏ ਆਸਟ੍ਰੇਲੀਆ ਦੇ ਫॉर ਜਨ ਐਂਡ ਟੇਕ। ਇਹ ਬੱਚਿਆਂ ਨੇ ਵਿਸ਼ਵਾਸ ਕਰਕੇ ਅਪਲਾਈ ਕੀਤਾ, ਕਿਉਂਕਿ ਇਹਨਾਂ ਨੂੰ ਵੀ ਇਹ ਪ੍ਰੋਬਲਮ ਸੀ ਕਿ ट्रैवल शुरू होएगा या नहीं शुरू होएगा, पर दिसंबर तो ट्रैवल शुरू है। अगर तुसी ऑस्ट्रेलिया वीज़ा ले चुके हो या ऑस्ट्रेलिया अप्लाई करना है और इस वजह नाल अप्लाई नहीं कर पा रहे कि वीज़ा आएगा या नहीं आएगा, ट्रैवल कदों शुरू होएगा, तब वीज़ा आ रहा है और ट्रैवल जो है वो दिसंबर तो शुरू हो रहा है। तो जनवरी इनटेक विच अगर तुसी ऑस्ट्रेलिया जाना चाहते हो खुद या अपनी फैमिली या स्पाउस दे नाल, तां तुसी मैनूं संपर्क कर सकते हो। इसे बच्चों की तरह ਤੁਸੀਂ ਵੀ ਜੋ ਹੈ ਉਹ ਆਸਟ੍ਰੇਲੀਆ ਵੀਜ਼ਾ ਲੈ ਕੇ ਟਰੈਵਲ ਕਰ ਸਕਦੇ ਹੋ। ਤਾਂ ਤੁਸੀਂ ਸੁਣ ਚੁੱਕੇ ਹੋ ਜੀ ਕਿਸ ਤਰੀਕੇ ਨਾਲ ਉਹਨਾਂ ਨੇ ਸੈਟਲਿੰਗ ਅਬਰੋਡ ਸਰਵਿਸਿਜ਼ ਦੀ ਗਾਈਡੈਂਸ ਦੇ ਨਾਲ ਆਪਣਾ ਵੀਜ਼ਾ ਪ੍ਰੋਸੈਸ ਕਰਵਾਇਆ। ਵੀਜ਼ਾ ਹੱਥ ਵਿੱਚ ਹੈ, ਸੋ ਤੁਹਾਡੇ ਵੀ ਹੱਥ ਵਿੱਚ ਤੁਹਾਡਾ ਵੀਜ਼ਾ ਆ ਸਕਦਾ ਹੈ। ਸੋ ਸਹੀ ਗਾਈਡੈਂਸ ਦੇ ਨਾਲ ਅੱਗੇ ਜ਼ਰੂਰ ਵਧੋ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।